ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰੀਏ, ਕੱਲ ਜਿਸ ਢੰਗ ਦੇ ਨਾਲ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ ਸੀ, ਉਸ ਦੇਹਾਂਤ ਤੋਂ ਬਾਅਦ ਅੱਜ ਅੰਤਿਮ ਦਰਸ਼ਨਾਂ ਲਈ ਕੁਝ ਹੀ ਦੇਰ ਦੇ ਵਿੱਚ ਬਾਦਲ ਸਾਹਿਬ ਦਾ ਜਿਹੜੀ ਪਾਰਥਿਵ ਦੇਹ ਹੈ ਉਹ ਪਾਰਟੀ ਆਫਿਸ ਲੈ ਕੇ ਆਈ ਜਾਊਗੀ। ਕੁਝ ਹੀ ਦੇਰ ਦੇ ਵਿੱਚ ਉਹਨਾਂ ਦੀ ਅੰਤਿਮ ਯਾਤਰਾ ਜਿਹੜੀ ਹੈ ਉਸ ਨਿੱਜੀ ਹਸਪਤਾਲ ਤੋਂ ਤੁਰੇਗੀ। ਮੋਹਾਲੀ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਜ਼ੇਰੇ ਇਲਾਜ ਸੀ ਪ੍ਰਕਾਸ਼ ਸਿੰਘ ਬਾਦਲ, ਜਿਸ ਢੰਗ ਦੇ ਨਾਲ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਹੋ ਰਹੀ ਸੀ, ਲੰਗਸ ਦੇ ਵਿੱਚ ਇਨਫੈਕਸ਼ਨ ਸੀ। ਪਿਛਲੇ ਕਾਫੀ ਦਿਨਾਂ ਤੋਂ ਉਹਨਾਂ ਦਾ ਮੋਹਾਲੀ ਦੇ ਇਸ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ, ਲੇਕਿਨ ਕੱਲ੍ਹ ਇਲਾਜ ਦੌਰਾਨ ਉਹਨਾਂ ਦਾ ਦੇਹਾਂਤ ਹੋ ਗਿਆ, ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਸਿਆਸੀ ਗਲਿਆਰਾਂ ਦੇ ਵਿੱਚ ਸ਼ੋਕ ਦਾ ਮਾਹੌਲ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ। ਤੁਹਾਨੂੰ ਤਸਵੀਰਾਂ ਜ਼ਰੂਰ ਵਿਖਾ ਦਿੰਦੇ ਹਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਆਫਿਸ ਦੀ, ਕਿਉਂਕਿ ਇੱਥੇ ਹੀ ਬਾਦਲ ਸਾਹਿਬ ਦੇ ਅੰਤਿਮ ਦਰਸ਼ਨਾਂ ਲਈ ਉਹਨਾਂ ਦੀ ਪਾਰਥਿਵ ਦੇਹ ਜਿਹੜੀ ਹੈ ਉਹ ਕੁਛ ਹੀ ਦੇਰ ਦੇ ਵਿੱਚ ਲੈ ਕੇ ਆਈ ਜਾਊਗੀ। ਇੱਥੇ ਲੋਕ ਜਿਹੜੇ ਨੇ ਉਹਨਾਂ ਦੇ ਅੰਤਿਮ ਦਰਸ਼ਨ ਕਰ ਸਕਦੇ ਨੇ, ਕਿਉਂਕਿ ਇੱਕ ਯੁੱਗ ਦਾ ਅੰਤ ਦੱਸਿਆ ਜਾ ਰਿਹਾ। ਬਾਦਲ ਸਾਹਿਬ ਦਾ ਜਿਸ ਢੰਗ ਦੇ ਨਾਲ ਸਿਆਸੀ ਕੱਦ ਸੀ, ਜਿਸ ਢੰਗ ਦੇ ਨਾਲ ਸਿਆਸੀ ਰੁਤਬਾ ਸੀ, ਫਕਰੇ ਕੌਮ, ਪੰਥ ਰਤਨ, ਇਸ ਤਰ੍ਹਾਂ ਦੇ ਸਨਮਾਨਾਂ ਤੋਂ ਇਹਨਾਂ ਨੂੰ ਨਵਾਜ਼ਿਆ ਗਿਆ ਸੀ। ਰਾਜਨੀਤੀ ਦੇ ਵਿੱਚ ਇੱਕ ਵੱਡਾ ਨਾਂ, ਚਾਹੇ ਐਨਡੀਏ ਦੀ ਸਰਕਾਰ ਹੋਏ, ਚਾਹੇ ਯੂਪੀਏ ਦੀ ਸਰਕਾਰ ਰਹੀ ਹੋਏ ਸੈਂਟਰ ਦੇ ਵਿੱਚ, ਜਦੋਂ ਵੀ ਪੰਜਾਬ ਦੇ ਸੰਦਰਭ ਦੇ ਵਿੱਚ ਕੋਈ ਮਸਲਾ ਉੱਭਰ ਕੇ ਸਾਹਮਣੇ ਆਉਂਦਾ ਸੀ ਤੇ ਉਸ ਮਸਲੇ ਨੂੰ ਲੈ ਕੇ ਬਾਦਲ ਸਾਹਿਬ ਤੋਂ ਵਿਚਾਰ ਵਟਾਂਦਰਾ ਕੀਤਾ ਜਾਂਦਾ ਸੀ, ਉਹਨਾਂ ਤੋਂ ਜ਼ਰੂਰ ਸਲਾਹ ਲਿੱਤੀ ਜਾਂਦੀ ਸੀ। ਹੁਣ ਵੀ ਜੇਕਰ ਗੱਲ ਕਰੀਏ ਸਿਆਸੀ ਤੌਰ ਤੇ ਪੂਰੇ ਐਕਟਿਵ ਸੀ ਬਾਦਲ ਸਾਹਿਬ, ਲਗਾਤਾਰ ਆਪਣੇ ਸਿਆਸੀ ਸਫ਼ਰ ਦੇ ਵਿੱਚ ਗਰਾਊਂਡ ਦੇ ਨਾਲ ਜੁੜੇ ਰਹੇ। ਆਪਣੇ ਕਦੇ ਵੀ ਗਰਾਊਂਡ ਰੂਟ ਨੂੰ ਜਿਹੜਾ ਬਾਦਲ ਸਾਹਿਬ ਨਹੀਂ ਭੁੱਲਦੇ ਹੋਏ ਨਜ਼ਰ ਆਏ ਸੀ। ਲੋਕਾਂ ਕੋਲ ਵੀ ਜਾਂਦੇ ਸੀ ਤੇ ਲੋਕਾਂ ਦੀ ਸਮੱਸਿਆਵਾਂ ਜਿਹੜੀਆਂ ਨੇ ਹੁਣ ਵੀ ਹੱਲ ਕਰਨ ਦੀ ਕੋਸ਼ਿਸ਼ ਕਰਦੇ ਸੀ। ਹਾਲਾਂਕਿ ਇੰਨੀ ਹੋਜ ਹੋਣ ਤੋਂ ਬਾਅਦ ਵੀ ਬਾਦਲ ਸਾਹਿਬ ਜਿਹੜੇ ਨੇ ਉਹ ਲਗਾਤਾਰ ਐਕਟਿਵ ਹੀ ਨਜ਼ਰ ਆਏ। ਹੁਣ ਵੀ ਕਦੇ ਜਦੋਂ ਉਹਨਾਂ ਨਾਲ ਰਾਬਤਾ ਕਾਇਮ ਹੁੰਦਾ ਸੀ, ਉਹਨਾਂ ਨਾਲ ਜਦੋਂ ਗੱਲਬਾਤ ਹੁੰਦੀ ਸੀ ਤੇ ਪੰਜਾਬ ਦੀ ਉਹ ਗੱਲ ਕਰਦੇ ਸੀ, ਸਿਆਸਤ ਦੀ ਗੱਲ ਕਰਦੇ ਸੀ, ਪੰਜਾਬ ਦੇ ਮਾਹੌਲ ਦੀ ਗੱਲ ਕਰਦੇ ਸੀ। ਔਰ ਜਿਸ ਢੰਗ ਦੇ ਨਾਲ ਹੁਣ ਇੱਥੇ ਸਿੱਧੇ ਤੌਰ ਤੇ ਅੰਤਿਮ ਦਰਸ਼ਨਾਂ ਲਈ ਉਹਨਾਂ ਦੀ ਪਾਰਥਿਵ ਦੇਹ ਜਿਹੜੀ ਹੈ ਉਹ ਕੁਛ ਹੀ ਦੇਰ ਦੇ ਵਿੱਚ ਲੈ ਕੇ ਆਈ ਜਾਊਗੀ। ਇੱਥੇ ਜਿਹੜੇ ਬਾਦਲ ਸਾਹਿਬ ਨੂੰ ਜਾਣਨ ਵਾਲੇ ਲੋਕ ਨੇ, ਜਿਹੜੇ ਉਹਨਾਂ ਨੂੰ ਸਮਝਦੇ ਨੇ, ਉਹ ਲੋਕ ਜਿਹੜੇ ਨੇ ਸਿੱਧੇ ਤੌਰ ਤੇ ਇੱਥੇ ਪਹੁੰਚਣਗੇ। ਬਾਦਲ ਸਾਹਿਬ ਨੂੰ ਅੰਤਿਮ ਵਿਦਾਈ ਦਿੱਤੀ ਜਾਊਗੀ, ਸ਼ਰਧਾਂਜਲੀ ਦਿੱਤੀ ਜਾਊਗੀ ਔਰ ਇੱਥੋਂ ਹੀ ਅੰਤਿਮ ਯਾਤਰਾ ਜਿਹੜੀ ਹੈ ਉਹ ਬਾਦਲ ਪਿੰਡ ਨੂੰ ਰਵਾਨਾ ਹੁੰਦੀ ਹੋਈ ਨਜ਼ਰ ਆਏਗੀ। ਹਾਲਾਂਕਿ ਅੰਤਿਮ ਸੰਸਕਾਰ ਦੀ ਗੱਲ ਕਰੀਏ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਅੰਤਿਮ ਸੰਸਕਾਰ ਹੈ ਉਹ ਕੱਲ ਬਾਦਲ ਪਿੰਡ ਦੇ ਵਿੱਚ ਕੀਤਾ ਜਾਏਗਾ। ਅਰਸ਼ਦੀਪ ਕਲੇਰ ਦੀ ਜੇਕਰ ਗੱਲ ਕਰੀਏ ਉਹ ਵੀ ਸਾਡੇ ਨਾਲ ਨੇ, ਕਿਉਂਕਿ ਯੁਵਾ ਦੀ ਗੱਲ ਕਰੀਏ ਜਾਂ ਫਿਰ ਸੀਨੀਅਰ ਲੀਡਰਾਂ ਦੀ ਗੱਲ ਕਰੀਏ, ਹਰ ਕੋਈ ਜਾਣਦਾ ਹੈ ਬਾਦਲ ਸਾਹਿਬ ਨੂੰ, ਹਰ ਕੋਈ ਸਮਝਦਾ ਹੈ ਕਿ ਕਿਸ ਤਰ੍ਹਾਂ ਦੀ ਨੇਚਰ ਸੀ, ਕਿਸ ਢੰਗ ਦੇ ਨਾਲ ਗ੍ਰਾਸ ਰੂਟ ਤੋਂ ਜੁੜੇ ਹੋਏ ਸੀ। ਅਸੀਂ ਕਿਸ ਤਰ੍ਹਾਂ ਦੇਖਦੇ ਹੋ, ਕਿਉਂਕਿ ਇਹ ਉਹ ਘਾਟਾ ਜਿਹੜਾ ਕਿਹਾ ਜਾ ਰਿਹਾ ਕਦੇ ਪੂਰਾ ਨਹੀਂ ਹੋ ਸਕਦਾ। ਇੱਕ ਯੁੱਗ ਦਾ ਅੰਤ ਹੋਇਆ ਬਾਦਲ ਸਾਹਿਬ ਦੇ ਜਾਣ ਦਾ। ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਜਾਣ ਦਾ ਘਾਟਾ ਪੰਜਾਬ ਨੂੰ, ਪੰਜਾਬੀਅਤ ਨੂੰ, ਨਾਨਕ ਨਾਮ ਲੇਵਾ ਨੂੰ, ਸਿੱਖ ਜਗਤ ਨੂੰ। ਔਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਉਹ ਸ਼ਖਸੀਅਤ ਜਿਨ੍ਹਾਂ ਦੇ ਬਹੁਤ ਪਹਿਲੂ ਸੀ ਔਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਡਿਫਾਈਨ ਨਹੀਂ ਕੀਤਾ ਜਾ ਸਕਦਾ, ਸ਼ਬਦ ਛੋਟੇ ਪੈ ਜਾਣਗੇ। ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸ਼ਖਸੀਅਤ ਬਹੁਤ ਵੱਡੀ ਸੀ। ਪੰਜਾਬ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਜ਼ਿੰਦਗੀ ਦੀ ਜਿਹੜੀਆਂ ਅਹਿਮ ਪ੍ਰਾਪਤੀਆਂ ਚੋਂ ਇੱਕ ਸੀ, ਉਹ ਸੀ ਅਮਨ ਤੇ ਭਾਈਚਾਰਕ ਸਾਂਝ ਤੇ ਪਹਿਰਾ ਦੇਣਾ। ਸਾਰੀ ਜ਼ਿੰਦਗੀ ਉਹਨਾਂ ਨੇ ਅਮਨ ਤੇ ਭਾਈਚਾਰਕ ਸਾਂਝ ਤੇ ਪਹਿਰਾ ਦਿੱਤਾ। ਡਿਵੈਲਪਮੈਂਟ ਅਗਰ ਵਿਕਾਸ ਪੁਰਸ਼ ਪੰਜਾਬ ਦਾ ਉਹ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਗਰੀਬ ਤੇ ਕਮਜ਼ੋਰ ਦੀ ਬਾਂਹ ਫੜਨ ਵਾਲੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਕਿਉਂਕਿ ਉਹਨਾਂ ਦਾ ਫਲਸਫਾ ਸੀ, ਉਹ ਕਹਿੰਦੇ ਸੀ ਸੂਬਾ ਤਰੱਕੀ ਨਹੀਂ ਕਰ ਸਕਦਾ ਜਦ ਤੱਕ ਤੁਸੀਂ ਕਮਜ਼ੋਰ ਤੋਂ ਕਮਜ਼ੋਰ ਨੂੰ ਨਾਲ ਲੈ ਕੇ ਨਹੀਂ ਚੱਲੋਗੇ। ਸੋ ਐਡੀ ਵੱਡੀ ਸ਼ਖਸੀਅਤ ਦੇ ਮਾਲਕ, 5 ਵਾਰ ਦੇ ਮੁੱਖ ਮੰਤਰੀ, ਤੇ ਸਭ ਤੋਂ ਖਾਸ ਚੀਜ਼ ਜਿਹੜੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸੀ ਉਹਨਾਂ ਦੀ ਨਮਰਤਾ। ਕਿਸ ਤਰੀਕੇ ਦੇ ਨਾਲ ਐਡੀ ਵਡੇਰੀ ਉਮਰ ਦੇ ਵਿੱਚ ਵੀ ਇੱਕ 20-22 ਸਾਲ ਦੇ ਨੌਜਵਾਨ ਦੇ ਨਾਲ ਕਨੈਕਟ ਕਰਨਾ ਇੱਕ ਖਾਸੀਅਤ ਸੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ। ਆਈ ਥਿੰਕ ਉਹ ਜਨਰੇਸ਼ਨਸ ਦੇ ਲੀਡਰ ਸੀਗੇ। ਔਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਇਤਿਹਾਸ ਦੇ ਵਿੱਚ ਯਾਦ ਰੱਖਿਆ ਜਾਊਗਾ, ਕਿਉਂਕਿ ਸਦੀਆਂ ਬਾਅਦ ਇੱਕ ਐਸਾ ਲੀਡਰ ਪੈਦਾ ਹੁੰਦਾ, ਇੱਕ ਯੁੱਗ ਦਾ ਅੰਤ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਜਾਣ ਦੇ ਨਾਲ। ਔਰ ਆਪਣੀ ਜ਼ਿੰਦਗੀ ਦੇ ਵਿੱਚ ਸੰਘਰਸ਼ ਕੀਤਾ, ਸਰਪੰਚੀ ਤੋਂ ਉੱਠੇ, 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ। ਔਰ ਮੈਨੂੰ ਯਾਦ ਹੈ ਕਿ ਫਰੀਦਕੋਟ ਕੋਰਟ 'ਚ 20-25 ਦਿਨ ਪਹਿਲਾਂ ਮੈਂ ਉਹਨਾਂ ਦੇ ਨਾਲ ਸੀ ਤੇ ਆਪਣੀ ਜ਼ਿੰਦਗੀ ਦੇ ਅੰਤਿਮ ਪੜਾਅ ਦੇ ਵਿੱਚ ਵੀ ਸਰਕਾਰ ਦੇ ਜ਼ੁਲਮ ਦੇ ਖਿਲਾਫ ਲੜਦੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਗਏ ਨੇ। ਐਸੇ ਸਿਪਾਹੀ ਸੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ। ਸੋ ਕੋਈ ਹੋਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨਹੀਂ ਬਣ ਸਕਦਾ। ਬਿਲਕੁਲ।
ਵੱਡਾ ਨਾਂ, ਇੱਕ ਵੱਡਾ ਰੁਤਬਾ, ਇੱਕ ਵੱਡਾ ਸਿਆਸੀ ਕੱਦ। ਇਸੇ ਕਰਕੇ ਨਾ ਇਕੱਲੇ ਪੰਜਾਬ ਦੇ ਵਿੱਚ ਬਲਕਿ ਪੂਰੇ ਦੇਸ਼ ਦੇ ਵਿੱਚ ਗਮਗੀਨ ਮਾਹੌਲ ਹੈ। ਹਰ ਕੋਈ ਨਮ ਅੱਖਾਂ ਦੇ ਨਾਲ ਬਾਦਲ ਸਾਹਿਬ ਨੂੰ ਅੱਜ ਅੰਤਿਮ ਵਿਦਾਈ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। ਉਹਨਾਂ ਦੇ ਜੀਵਨ ਦੀ ਜੇਕਰ ਗੱਲ ਕਰੀਏ, ਯੁਵਾ ਪੀੜ੍ਹੀ ਨੂੰ ਉਹਨਾਂ ਦੇ ਜੀਵਨ ਤੋਂ ਕੀ ਕੁਝ ਸਿੱਖਣ ਨੂੰ ਮਿਲਿਆ? ਤੁਸੀਂ ਜਦੋਂ ਰਾਬਤਾ ਉਹਨਾਂ ਨਾਲ ਕਾਇਮ ਕਰਦੇ ਸੀ, ਹਾਲਾਂਕਿ ਹੁਣ ਵੀ ਜਦੋਂ ਉਹਨਾਂ ਨਾਲ ਗੱਲਬਾਤ ਹੁੰਦੀ ਸੀ, ਉਹੀ ਜੋਸ਼ ਉਹਨਾਂ ਦੇ ਵਿੱਚ ਵੇਖਣ ਨੂੰ ਮਿਲਦਾ ਸੀ ਜਿਸ ਸਮਾਂ ਉਹ ਮੁੱਖ ਮੰਤਰੀ ਸੀ। ਉਹੀ ਗੱਲਾਂ ਕਰਦੇ ਸੀ, ਉਸੇ ਢੰਗ ਦੇ ਨਾਲ ਉਹ ਪੰਜਾਬ ਲਈ ਫਿਕਰਮੰਦ ਹੁੰਦੇ ਸੀ, ਪੰਜਾਬ ਦੀ ਸ਼ਾਂਤੀ ਦੀ ਗੱਲ ਕਰਦੇ ਸੀ, ਮਾਹੌਲ ਦੀ ਗੱਲ ਕਰਦੇ ਸੀ। ਹਜੇ ਵੀ ਐਕਟਿਵ ਸੀ ਇੰਨੀ ਏਜ ਹੋਣ ਦੇ ਬਾਵਜੂਦ ਵੀ। ਤੁਹਾਨੂੰ ਕੀ ਕੁਝ ਬਾਦਲ ਸਾਹਿਬ ਤੋਂ ਸਿੱਖਣ ਨੂੰ ਮਿਲਦਾ? ਦੇਖੋ, ਮੈਂ ਬਾਦਲ ਸਾਹਿਬ ਦੀ ਜ਼ਿੰਦਗੀ ਹੀ ਸਾਰੀ, ਬਾਦਲ ਸਾਹਿਬ ਇੱਕ ਇੰਸਟੀਟਿਊਸ਼ਨ ਸੀ, ਬਾਦਲ ਸਾਹਿਬ ਦੀ ਜ਼ਿੰਦਗੀ ਚੋਂ ਸਾਰਾ ਕੁਝ ਸਿੱਖਣ ਨੂੰ ਹੀ ਸੀ। ਮੈਨੂੰ ਲੱਗਦਾ ਹੈ ਕਿ ਬਾਦਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਅਮੀਰ ਵਿਰਾਸਤ ਦੇ ਕੇ ਗਏ ਨੇ। ਸੋ ਬਾਦਲ ਸਾਹਿਬ ਵਰਗਾ ਇਨਸਾਨ, ਮੈਂ ਜਿੱਦਾਂ ਕਿਹਾ ਕਿ ਉਹ ਜਨਰੇਸ਼ਨਸ ਦੇ ਲੀਡਰ ਸੀਗੇ। 90 ਸਾਲ ਦੀ ਉਮਰ 'ਚ ਉਹ ਜਾਣਦੇ ਸੀ ਕਿ 20 ਸਾਲ ਦੇ ਯੂਥ ਨਾਲ ਕਿੱਦਾਂ ਕਨੈਕਟ ਕਰਨਾ ਹੈ। ਔਰ ਬਾਦਲ ਸਾਹਿਬ ਨੇ ਜੇ ਕੋਈ ਸਭ ਤੋਂ ਵੱਡੀ ਸਿੱਖਿਆ ਮੇਰੇ ਵਰਗੇ ਨੌਜਵਾਨਾਂ ਨੂੰ ਦਿੱਤੀ ਹੈ, ਉਹ ਹੈਗੀ ਹੈ ਕਿ ਕਿਸ ਤਰੀਕੇ ਹਲੀਮੀ ਦੇ ਨਾਲ ਤੁਸੀਂ ਵਿਚਰਨਾ ਹੈ, ਕਿਸ ਤਰੀਕੇ ਤੁਸੀਂ ਕਮਜ਼ੋਰ ਦੀ, ਜਾਂ ਤੁਸੀਂ ਇਹ ਕੋਸ਼ਿਸ਼ ਕਰਨੀ ਹੈ ਕਿ ਤੁਹਾਡੇ ਕੀਤੇ ਹੋਏ ਕੰਮ ਦਾ ਇੱਕ ਗਰੀਬ ਤੋਂ ਗਰੀਬ ਨੂੰ ਕੀ ਫਾਇਦਾ ਹੋ ਸਕਦਾ। ਇਹ ਸ਼ਖਸੀਅਤ ਸੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ। ਬਿਲਕੁਲ ਇੱਕ ਵੱਡੀ ਸ਼ਖਸੀਅਤ ਸੀ, ਔਰ ਜਿਸ ਢੰਗ ਦੇ ਨਾਲ ਲੋਕਾਂ ਦੇ ਵਿੱਚ ਵਿਚਰਦੇ ਸੀ, ਲੋਕਾਂ ਦੀ ਗੱਲ ਸੁਣਦੇ ਸੀ, ਉਹਨਾਂ ਦੀ ਸਮੱਸਿਆਵਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਸੀ। ਜਦੋਂ ਸੱਤਾ ਦੇ ਵਿੱਚ ਸੀ ਤੇ ਜਨਤਾ ਦਰਬਾਰ ਲਾਉਂਦੇ ਸੀ, ਜਨਤਾ ਦਰਬਾਰ ਦੇ ਵਿੱਚ ਲੋਕਾਂ ਦੇ ਵਿੱਚ ਵਿਚਰਦੇ ਹੋਏ ਨਜ਼ਰ ਆਉਂਦੇ ਸੀ। ਜਦੋਂ ਵਿਰੋਧੀ ਧਿਰ ਦੇ ਤੌਰ ਤੇ ਆਪਣੀ ਭੂਮਿਕਾ ਅਦਾ ਕਰਨ ਲੱਗੇ ਤਾਂ ਵੀ ਲੋਕਾਂ ਦੀ ਫਿਕਰ ਨਹੀਂ ਛੱਡੀ, ਤਾਂ ਵੀ ਲੋਕਾਂ ਦੇ ਕੰਮ ਜਿਹੜੇ ਨੇ ਉਹ ਬਾਦਲ ਸਾਹਿਬ ਨੇ ਨਹੀਂ ਛੱਡੇ। ਉਹੀ ਕੰਮ ਨੇ ਜਿਹੜੇ ਅੱਜ ਲੋਕ ਜਿਹੜੇ ਨੇ ਉਹ ਯਾਦ ਕਰਦੇ ਹੋਏ ਨਜ਼ਰ ਆ ਰਹੇ ਨੇ। ਉਹੀ ਚੀਜ਼ਾਂ ਨੇ ਜਿਹੜੀਆਂ ਅੱਜ ਯਾਦ ਕੀਤੀਆਂ ਜਾ ਰਹੀਆਂ ਨੇ। ਬਾਦਲ ਸਾਹਿਬ ਦਾ ਜਿਹੜਾ ਸਿਆਸੀ ਸਫ਼ਰ ਰਿਹਾ, ਜਿਹੜਾ ਸਿਆਸੀ ਕੱਦ ਰਿਹਾ, ਜਿਹੜਾ ਜੀਵਨ ਰਿਹਾ, ਉਹ ਜੀਵਨ ਜਿਸ ਢੰਗ ਦੇ ਨਾਲ ਯੂਥ ਹੋਏ, ਭਾਵੇਂ ਬਜ਼ੁਰਗ ਹੋਣ, ਭਾਵੇਂ ਜਵਾਨ ਹੋਣ, ਉਹ ਸਾਰਿਆਂ ਨੂੰ ਸਿੱਧੇ ਤੌਰ ਤੇ ਇੱਕ ਸਿੱਖਿਆ ਦੇ ਕੇ ਜਾਂਦਾ ਹੈ। ਉਹ ਸਿੱਖਿਆ ਜਿਹੜੀ ਹੈ ਜਿਸ ਢੰਗ ਦੇ ਨਾਲ ਲੋਕੀ ਅਡੋਪਟ ਵੀ ਕਰਦੇ ਨੇ, ਨਵੇਂ ਸਿਆਸਤਦਾਨ ਜਿਹੜੇ ਨੇ ਉਹਨਾਂ ਨੂੰ ਵੀ ਬਾਦਲ ਸਾਹਿਬ ਦੇ ਪਰਿਵਾਰ ਤੋਂ, ਬਾਦਲ ਸਾਹਿਬ ਦੀ ਜਿਹੜੀ ਸਿੱਧੇ ਤੌਰ ਤੇ ਰਾਜਨੀਤੀ ਰਹੀ ਹੈ, ਜਿਹੜਾ ਰਾਜਨੀਤਿਕ ਸਫ਼ਰ ਰਿਹਾ, ਜਿਹੜਾ ਉਹਨਾਂ ਦਾ ਜੀਵਨ ਰਿਹਾ, ਉਸ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ। ਕਿਉਂਕਿ ਬਾਦਲ ਸਾਹਿਬ ਦੀ ਗੱਲ ਕਰੀਏ, ਹਮੇਸ਼ਾ ਹਲੀਮੀ ਵਰਤਦੇ ਸੀ, ਕਦੇ ਤੈਸ਼ ਦੇ ਵਿੱਚ ਨਹੀਂ ਆਉਂਦੇ ਸੀ। ਰਾਜਨੀਤੀ ਦੀ ਜੇਕਰ ਗੱਲ ਕਰੀਏ, ਰਾਜਨੀਤੀ ਦੇ ਜਿਹੜੇ ਅਸਲ ਮਾਇਨੇ ਸੀ ਉਹ ਬਾਦਲ ਸਾਹਿਬ ਤੋਂ ਸਿੱਖੇ ਜਾ ਸਕਦੇ ਨੇ। ਅਗਰ ਕੋਈ ਅਪਸ਼ਬਦ ਬੋਲ ਵੀ ਜਾਂਦਾ ਸੀ ਤੈਸ਼ ਦੇ ਵਿੱਚ ਆ ਕੇ, ਤੇ ਕਦੇ ਉਸ ਦਾ ਪਲਟਵਾਰ ਨਹੀਂ ਕੀਤਾ, ਕਦੇ ਉਨੀ ਸ਼ਬਦਾਂ ਦੇ ਵਿੱਚ ਉਸ ਨੂੰ ਰਿਪਲਾਈ ਨਹੀਂ ਕੀਤਾ, ਬਲਕਿ ਹਲੀਮੀ ਹਮੇਸ਼ਾ ਵਿਖਾਉਂਦੇ ਹੋਏ ਨਜ਼ਰ ਆਉਂਦੇ ਸੀ। ਔਰ ਉਹੀ ਹਲੀਮੀ ਹੈ, ਉਹੀ ਨੇਚਰ ਹੈ, ਉਹੀ ਕੱਦ ਹੈ ਕਿ ਅੱਜ ਪੂਰਾ ਦੇਸ਼ ਜਿਹੜਾ ਹੈ ਉਹ ਬਾਦਲ ਸਾਹਿਬ ਦੇ ਇਸ ਨਿਧਨ ਕਰਕੇ ਵਿਅਕਤੀਗਤ ਛਤੀ ਦੇ ਤੌਰ ਤੇ ਇਸ ਨੂੰ ਵੇਖ ਰਿਹਾ ਕਿ ਵਿਅਕਤੀਗਤ ਛਤੀ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਕਰੀਏ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਗੱਲ ਕਰੀਏ, ਰਾਜਨਾਥ ਸਿੰਘ ਦੀ ਗੱਲ ਕਰੀਏ, ਅਮਿਤ ਸ਼ਾਹ ਦੀ ਗੱਲ ਕਰੀਏ, ਮਾਇਆਵਤੀ ਦੀ ਗੱਲ ਕਰੀਏ, ਯੋਗੀ ਆਦਿੱਤਿਆਨਾਥ ਦੀ ਗੱਲ ਕਰੀਏ, ਇਹੋ ਜਿਹੇ ਬਹੁਤ ਸਾਰੇ ਲੀਡਰ ਨੇ, ਰਾਹੁਲ ਗਾਂਧੀ ਦੀ ਗੱਲ ਕਰੀਏ, ਹਰ ਕੋਈ ਇਸ ਜਿਹੜਾ ਯੁੱਗਦਾਂਤ ਹੋ ਰਿਹਾ ਇਸ ਤੋਂ ਅਚੰਭਿਤ ਹੈ ਕਿ ਕਿਸ ਢੰਗ ਦੇ ਨਾਲ ਬਾਦਲ ਸਾਹਿਬ ਜਿਹੜੇ ਨੇ ਉਹ ਹੁਣ ਇਸ ਨਸ਼ਵਰ ਸਰੀਰ ਨੂੰ ਅਲਵਿਦਾ ਕਹਿੰਦੇ ਹੋਏ ਦੁਨੀਆ ਤੋਂ ਰੁਖਸਤ ਹੁੰਦੇ ਹੋਏ ਨਜ਼ਰ ਆ ਰਹੇ ਨੇ। ਲੇਕਿਨ ਤਸਵੀਰ ਤੁਹਾਨੂੰ ਜ਼ਰੂਰ ਵਿਖਾ ਦਿੰਦੇ ਹਾਂ, ਕਿਉਂਕਿ ਇੱਥੇ ਹੀ ਅੰਤਿਮ ਦਰਸ਼ਨਾਂ ਲਈ ਬਾਦਲ ਸਾਹਿਬ ਦੀ ਪਾਰਥਿਵ ਜਿਹੜੀ ਦੇਹ ਹੈ ਉਹ ਇੱਥੇ ਲੈ ਕੇ ਆਈ ਜਾਊਗੀ। ਇੱਥੇ ਸਾਰੇ ਇੰਤਜ਼ਾਮਾਤ ਜਿਹੜੇ ਨੇ ਉਹ ਮੁਕੰਮਲ ਕੀਤੇ ਜਾ ਰਹੇ ਨੇ, ਕਿਉਂਕਿ ਕੁਛ ਹੀ ਦੇਰ ਦੇ ਵਿੱਚ ਉਹਨਾਂ ਦਾ ਅੰਤਿਮ ਸਫ਼ਰ, ਜਿਹੜਾ ਅੰਤਿਮ ਯਾਤਰਾ ਜਿਹੜੀ ਹੈ ਉਹ ਮੋਹਾਲੀ ਦੇ ਨਿੱਜੀ ਹਸਪਤਾਲ ਤੋਂ ਸ਼ੁਰੂ ਹੋਏਗੀ। ਉਸ ਤੋਂ ਬਾਅਦ ਉਹ ਅੰਤਿਮ ਯਾਤਰਾ ਜਿਹੜੀ ਹੈ ਇੱਥੇ ਪਹੁੰਚੇਗੀ। ਇੱਥੇ ਤਕਰੀਬਨ 2 ਘੰਟੇ ਅੰਤਿਮ ਦਰਸ਼ਨਾਂ ਲਈ ਉਹਨਾਂ ਦੀ ਪਾਰਥਿਵ ਦੇਹ ਇੱਥੇ ਰੱਖੀ ਜਾਊਗੀ, ਔਰ ਉਸ ਤੋਂ ਬਾਅਦ ਇੱਥੋਂ ਉਹਨਾਂ ਦੀ ਅੰਤਿਮ ਯਾਤਰਾ ਜਿਹੜੀ ਹੈ ਉਹਨਾਂ ਦੇ ਜੱਦੀ ਪਿੰਡ ਬਾਦਲ ਜਾਊਗੀ, ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਉਹ ਕੀਤਾ ਜਾਊਗਾ। ਹਾਲਾਂਕਿ ਪਹਿਲਾਂ ਹੀ ਮੁਕੰਮਲ ਇੰਤਜ਼ਾਮਾਤ ਜਿਹੜੇ ਨੇ ਉਹ ਪਾਰਟੀ ਦੀ ਤਰਫੋਂ ਤੇ ਕੀਤੇ ਜਾ ਰਹੇ ਨੇ, ਪਰ ਸ਼ਾਸਨ ਜਿਹੜਾ ਹੈ ਉਸ ਦੀ ਤਰਫੋਂ ਵੀ ਸਾਰੇ ਇੰਤਜ਼ਾਮਾਤ ਜਿਹੜੇ ਨੇ ਉਹ ਮੁਕੰਮਲ ਕੀਤੇ ਜਾ ਰਹੇ ਨੇ। ਥਾਂ ਥਾਂ ਦੇ ਉੱਪਰ ਜਿਹੜੇ ਰੂਟ ਹੈ ਉਹਨਾਂ ਨੂੰ ਡਾਇਵਰਟ ਕੀਤਾ ਗਿਆ, ਕਿਉਂਕਿ ਜਿਸ ਢੰਗ ਦੇ ਨਾਲ ਕਈ ਵੱਡੀ ਸ਼ਖਸੀਅਤਾਂ ਜਿਹੜੀਆਂ ਨੇ, ਕਈ ਵੱਡੇ ਪੋਲੀਟੀਸ਼ੀਅਨਸ ਜਿਹੜੇ ਨੇ ਉਹ ਇਸ ਗਮਗੀਨ ਮਾਹੌਲ ਦੇ ਵਿੱਚ ਬਾਦਲ ਸਾਹਿਬ ਦੇ ਪਰਿਵਾਰ ਦੇ ਨਾਲ ਖੜੇ ਹੁੰਦੇ ਨਜ਼ਰ ਆਉਣਗੇ। ਉਹਨਾਂ ਨਾਲ ਸਿੱਧੇ ਤੌਰ ਤੇ ਦੁੱਖ ਦਾ ਪ੍ਰਗਟਾਵਾ ਤੇ ਕਰਨਗੇ, ਨਾਲੋਂ ਨਾਲ ਉਹਨਾਂ ਦੇ ਇਸ ਔਖੀ ਘੜੀ ਦੇ ਵਿੱਚ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਕਹਿ ਸਕਦੇ ਹਾਂ ਕਿ ਇੱਕ ਵੱਡਾ ਜਿਹੜਾ ਸਮਾਂ ਹੁੰਦਾ ਹੈ
ਇੱਕ ਔਖਾ ਜਿਹੜਾ ਸਮਾਂ ਹੁੰਦਾ ਹੈ, ਉਹ ਔਖਾ ਸਮਾਂ ਜਿਹੜਾ ਅੱਜ ਜਿਸ ਢੰਗ ਦੇ ਨਾਲ ਬਾਦਲ ਪਰਿਵਾਰ ਦੇ ਉੱਪਰ ਆਇਆ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਸਰਪ੍ਰਸਤ ਸੀ ਇਕੱਲੇ। ਬਰਾੜ ਸਾਹਿਬ, ਪੰਜਾਬ ਅੱਜ ਇੱਕ ਯੁੱਗ ਦਾ ਅੰਤ ਹੋਇਆ, ਕਿਉਂਕਿ ਬਾਦਲ ਸਾਹਿਬ ਦੀ ਸ਼ਖਸੀਅਤ ਦੀ ਗੱਲ ਕਰੀਏ, ਉਹਨਾਂ ਦੇ ਸਿਆਸੀ ਕੱਦ ਦੀ ਗੱਲ ਕਰੀਏ, ਹਰ ਕੋਈ ਉਹਨਾਂ ਤੋਂ ਕੁਝ ਨਾ ਕੁਝ ਸਿੱਖਦਾ ਹੀ ਸੀ। ਅਸੀਂ ਵੀ ਜਦੋਂ ਉਹਨਾਂ ਨਾਲ ਗੱਲਬਾਤ ਕਰਦੇ ਸੀ ਤਾਂ ਲੱਗਦਾ ਸੀ ਕਿ ਕਿੰਨੀ ਹਲੀਮੀ ਹੈ। 5 ਵਾਰ ਦੇ ਮੁੱਖ ਮੰਤਰੀ ਜਿਹੜੇ ਨੇ ਕਦੇ ਆਪਣੇ ਧਰਾਤਲ ਨੂੰ ਨਹੀਂ ਭੁੱਲੇ, ਕਦੇ ਆਪਣੇ ਗ੍ਰਾਸ ਰੂਟ ਨੂੰ ਨਹੀਂ ਭੁੱਲੇ। ਅੱਜ ਜਿਹੜੀ ਛਤੀ ਹੋਈ ਹੈ, ਅੱਜ ਜਿਹੜਾ ਘਾਟਾ ਹੋਇਆ, ਕਦੇ ਨਾ ਪੂਰਾ ਹੋਣ ਵਾਲਾ ਜਿਹੜਾ ਘਾਟਾ, ਕੀ ਕਹੋਗੇ ਇਸ ਨੂੰ? ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਲਈ, ਬਾਦਲ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ, ਪਰ ਸਿਆਸੀ ਖਲਾਅ ਇੱਕ ਐਸਾ ਪੈਦਾ ਹੋ ਗਿਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸ਼ਖਸੀਅਤ ਐਸੀ ਸੀ, ਇਹਨਾਂ ਤੋਂ ਸੇਧ ਲੈ ਕੇ ਸਾਰੀਆਂ ਪਾਰਟੀਆਂ ਦੇ ਲੀਡਰ ਜੇ ਕਿਤੇ ਮਨ ਦੇ ਵਿੱਚ ਕਿਸੇ ਕਿਸਮ ਦਾ ਰੰਜ, ਕੋਈ ਕਹਿ ਲਈਏ ਕਿ ਉਲਟ ਭਾਵਨਾ ਵੀ ਆਉਂਦੀ ਸੀ, ਤਾਂ ਉਹ ਫਿਰ ਕਿਤੇ ਨਾ ਕਿਤੇ ਉਹਨਾਂ ਦੇ ਬੋਲਣ ਤੇ ਯਾਦ ਆ ਜਾਂਦੇ ਸੀ। ਉਹਨਾਂ ਦੀ ਕਾਮਯਾਬੀ ਦੇ ਪਹਿਲੂ ਹੀ ਸਭ ਤੋਂ ਵੱਡਾ ਇਹ ਸੀਗਾ ਕਿ ਉਹਨਾਂ ਨੇ ਕਦੇ ਕਿਸੇ ਨਾਲ ਈਰਖਾ ਨਹੀਂ ਕੀਤੀ, ਉਹਨਾਂ ਨੇ ਇਨਸਾਨੀਅਤ ਨਾਲ ਪਿਆਰ ਕੀਤਾ। ਔਰ ਸਮਾਜ ਦੇ ਵਿੱਚ ਜਿਹੜੇ ਦੱਬੇ ਕੁਚਲੇ ਲੋਕ ਸੀ, ਗਰੀਬ ਸੀ, ਜਾਂ ਕੋਈ ਜਿਹੜੇ ਸਮਾਜ ਦੇ ਵਿੱਚ ਥੋੜਾ ਨੀਵਾਂ ਪੱਧਰ ਰੱਖਦੇ ਸੀ, ਤਾਂ ਉਹਨਾਂ ਨੂੰ ਉੱਚਾ ਚੁੱਕਣ ਲਈ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ। ਅੱਜ ਦੇਸ਼ ਦੇ ਵਿੱਚ, ਮੈਂ ਦਾਅਵੇ ਨਾਲ ਕਹਿ ਸਕਦਾ, ਅੱਜ ਦੇਸ਼ ਦੇ ਵਿੱਚ ਜੇ ਕੋਈ ਸਕੀਮ ਚੱਲਦੀ ਹੈ ਤੇ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸ਼ੁਰੂ ਕੀਤੀ ਹੋਈ ਚੱਲਦੀ ਹੈ, ਗਰੀਬਾਂ ਨੂੰ ਉੱਚਾ ਚੁੱਕਣ ਦੇ ਲਈ। ਇਸ ਕਰਕੇ ਮੈਂ ਸਮਝਦਾ ਕਿ ਅੱਜ ਇੱਕ ਸਿਆਸੀ ਜਿਹੜੇ ਚਲਦੀ ਫਿਰਦੀ ਯੂਨੀਵਰਸਿਟੀ ਸੀ, ਇਕੱਲਾ ਪੰਜਾਬ ਨਹੀਂ, ਦੇਸ਼ ਨਹੀਂ, ਸਾਡੀ ਸਾਰਾ ਸਿੱਖ ਸਮਾਜ, ਮੈਂ ਸਮਝਦਾ ਕਿ ਉਹ ਵਿਰਵਾ ਹੋ ਗਿਆ। ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ। ਔਰ ਅੱਜ ਪਰਿਵਾਰਾਂ ਦੇ ਵਿੱਚ ਬੈਠੇ ਜਿਹੜੇ ਸਾਡੇ ਬਜ਼ੁਰਗ ਨੇ, ਜਿਨ੍ਹਾਂ ਨੇ ਉਹਨਾਂ ਦੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਪਾਰਟੀ ਦੇ ਵਿੱਚ ਕੰਮ ਕੀਤਾ, ਜਿਹੜੇ ਸਾਡੇ ਪਿੰਡਾਂ ਦੇ ਵਿੱਚ ਬੈਠੇ ਸੰਗਤ ਦਰਸ਼ਨਾਂ ਜਾਂ ਗਾਹੇ ਬਗਾਹੇ ਕਦੇ ਵੀ ਉਹਨਾਂ ਨੂੰ ਕਿਤੇ ਮਿਲਦੇ ਰਹੇ, ਅੱਜ ਉਹ ਘਰਾਂ 'ਚ ਬੈਠੇ ਰੋ ਰਹੇ ਆ, ਕਿਉਂਕਿ ਇੱਕ ਬਹੁਤ ਮਹਾਨ ਆਗੂ ਦਾ ਜਾਣਾ। ਔਰ ਇਹ ਜੇ ਘਾਟੇ ਕਦੇ ਨਾ ਪੂਰੇ ਹੋਏ, ਨਾ ਹੋ ਸਕਦੇ, ਬਹੁਤ ਵੱਡਾ ਘਾਟਾ। ਪਹਿਲਾਂ ਵੀ ਕਈ ਵਾਰ ਸਿਹਤ ਖਰਾਬ ਹੁੰਦੀ ਸੀ ਬਾਦਲ ਸਾਹਿਬ ਦੀ, ਹਸਪਤਾਲ ਜਾਂਦੇ ਸੀ, 2-3 ਦਿਨਾਂ ਬਾਅਦ ਠੀਕ ਹੋ ਕੇ ਘਰੇ ਪਹੁੰਚ ਜਾਂਦੇ ਸੀ। ਇਸ ਵਾਰ ਅਚਾਨਕ ਇਸ ਢੰਗ ਦੇ ਨਾਲ ਕਿ ਰਿਕਵਰੀ ਨਹੀਂ ਕਰ ਪਾਏ, ਕਿਉਂਕਿ ਮੈਡੀਕਲ ਬੁਲੇਟਿਨ ਵੀ ਆਉਂਦੇ ਸੀ, ਕਹਿੰਦੇ ਸੀ ਕਿ ਰਿਕਵਰੀ ਸ਼ੁਰੂ ਹੋ ਚੁੱਕੀ ਹੈ, ਫਿਰ ਅਚਾਨਕ ਜਿਹੜਾ ਕੱਲ ਨਿਧਨ ਹੋਇਆ, ਕੱਲ ਦੇਹਾਂਤ ਹੋਇਆ। ਦੇਖੋ, ਇਹ ਪਰਮਾਤਮਾ ਦਾ ਦਸਤੂਰ ਹੈ ਕਿ ਜਦੋਂ ਸਵਾਸ ਜਿੰਨੇ ਉਹਨਾਂ ਦੇ ਸੀਗੇ ਉਹ ਪੂਰੇ ਹੋ ਗਏ, ਤਾਂ ਫਿਰ ਉਹ ਛੋਟੀਆਂ ਗੱਲਾਂ ਵੀ ਜਿਹੜੀਆਂ ਉਹ ਸਰੀਰ ਤੇ ਭਾਰੀ ਪੈ ਜਾਂਦੀਆਂ। 95 ਸਾਲ ਦੀ ਉਮਰ ਜਿਹੜੀ ਹੈ, ਮੇਰਾ ਖਿਆਲ ਹੈ ਕਿ ਪੰਜਾਬ 'ਚ ਬਹੁਤ ਥੋੜੇ ਲੋਕ ਹੋਣਗੇ ਜਿਹੜੇ ਇਸ ਉਮਰ ਤੇ ਪਹੁੰਚੇ ਆ, ਜਾਂ ਕੋਈ ਇਹਨਾਂ ਤੋਂ ਵੱਡਾ ਕੋਈ ਹੋਏਗਾ। ਪਰ ਇਹ ਤਾਂ ਪਰਮਾਤਮਾ ਦਾ ਪਾਣਾ ਹੈ ਜੀ। ਪਰਮਾਤਮਾ ਜਿੰਨਾ ਚਿਰ ਸਾਥ ਦਿੰਦਾ ਤਾਂ ਉਹਨਾਂ ਚਿਰ ਬੜੀਆਂ ਵੱਡੀਆਂ ਬਿਮਾਰੀਆਂ ਨਾਲ ਵੀ ਲੜਾਈ ਕਰਕੇ ਤੇ ਉਦੋਂ ਫਿਰ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਸੀ। ਹਾਲਾਂਕਿ ਕਈ ਕਿਸਮ ਦੇ ਤੰਜ ਵੀ ਸੁਣਨ ਨੂੰ ਮਿਲਦੇ ਸੀ ਜਦੋਂ ਕਿਤੇ ਕਈ ਕਿਸਮ ਦੇ ਬਿਮਾਰੀਆਂ ਨੂੰ ਜਿਨ੍ਹਾਂ ਨਾਲ ਉਹਨਾਂ ਨੇ ਮੁਕਾਬਲਾ ਕੀਤਾ। ਇਸ ਕਰਕੇ ਇਹ ਤਾਂ ਪਰਮਾਤਮਾ ਦਾ ਦਸਤੂਰ ਹੈ, ਜਦੋਂ ਸਵਾਸ ਪੂਰੇ ਹੋ ਗਏ ਤੇ ਉਦੋਂ ਕੋਈ ਚਾਰਾ ਨਹੀਂ ਹੈ। ਸਵਾਸ ਤੇ ਪੂਰੇ ਹੋ ਗਏ, ਲੇਕਿਨ ਪੰਜਾਬ ਦੀ ਫਿਕਰ ਕਦੇ ਨਹੀਂ ਛੱਡੀ। ਕਹਿੰਦੇ ਅਖੀਰਲੇ ਸਮਾਂ ਦੇ ਵਿੱਚ ਵੀ ਬਾਦਲ ਸਾਹਿਬ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਸੀ, ਪੰਜਾਬੀਅਤ ਦੀ ਗੱਲ ਕਰਦੇ ਸੀ, ਆਪਸੀ ਭਾਈਚਾਰੇ ਦੀ ਗੱਲ ਕਰਦੇ ਸੀ ਕਿ ਆ ਭਾਈਚਾਰਾ ਜਿਹੜਾ ਕਿਸੇ ਵੀ ਸੂਰਤ 'ਚ ਟੁੱਟਣਾ ਨਹੀਂ ਚਾਹੀਦਾ। ਦੇਖੋ, ਪੰਜਾਬ ਨਹੀਂ, ਉਹ ਦੇਸ਼ ਭਰ 'ਚ ਸ਼ਾਂਤੀ ਚਾਹੁੰਦੇ ਸੀ। ਔਰ ਦੇਸ਼ ਭਰ ਦੇ ਵਿੱਚ ਜੋ ਘੱਟ ਗਿਣਤੀਆਂ ਲਈ ਹਮੇਸ਼ਾ ਢਾਲ ਬਣਦੇ ਸੀ, ਔਰ ਹਮੇਸ਼ਾ ਵੱਡੇ ਤੋਂ ਵੱਡੇ ਆਗੂ ਨੂੰ ਵੀ ਕਹਿਣ ਤੋਂ ਗੁਰੇਜ਼ ਨਹੀਂ ਕਰਦੇ ਸੀ ਜਿੱਥੇ ਕਿਸੇ ਨਾਲ ਕੋਈ ਫੁੱਟ ਪਾਉਣ ਦੀ ਜਾਂ ਕੋਸ਼ਿਸ਼ ਕਰਦਾ ਸੀ। ਔਰ ਫਿਕਰਮੰਦੀ ਦਾ ਜ਼ਿਕਰ ਮੈਂ ਸਮਝਦਾ ਕਿ ਅਸੀਂ ਤੇ ਚਲੋ ਨਾਲ ਰਹਿਣ ਵਾਲੇ ਸੱਜਣ ਹੈ, ਕਈ ਵਾਰੀ ਕਿਸੇ ਨੂੰ ਲੱਗਦਾ ਕਿ ਆਪਣੇ ਬੰਦੇ ਦੀ ਹਰੇਕ ਬੰਦਾ ਤਾਰੀਫ ਵੀ ਕਰਦਾ ਹੀ ਹੁੰਦਾ। ਪਰ ਜਿਸ ਤਰ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜੀ ਨੇ ਕਿਹਾ ਕਿ ਜਦੋਂ ਮੈਂ ਲਾਸਟ ਮੁਲਾਕਾਤ ਕੁਝ ਦਿਨ ਪਹਿਲਾਂ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਕਿ ਕਿਸਾਨਾਂ ਦਾ ਜਿਹੜਾ ਹੈਗਾ, ਕਿਸਾਨਾਂ ਮਜ਼ਦੂਰਾਂ ਦਾ ਖਿਆਲ ਰੱਖੋ। ਇਹ ਫਿਕਰਮੰਦੀ ਦਾ ਉਹਨਾਂ ਦਾ ਮਤਲਬ ਸਿਖਰ ਸੀ। ਤੁਸੀਂ ਦੇਖੋ ਕਿ ਉਹਨਾਂ ਨੂੰ ਪਿਛਲੇ 6-8 ਮਹੀਨਿਆਂ ਤੋਂ ਪਤਾ ਸੀ ਕਿ ਹੁਣ ਮੇਰੀ ਆਯੂ ਬਹੁਤੀ ਲੰਮੀ ਨਹੀਂ ਹੈ, ਪਰ ਇੱਕ ਆਪਣੇ ਹਮ ਕਹਿ ਲਈਏ ਕਿ ਮੁੱਖ ਮੰਤਰੀ ਸਾਹਿਬ ਨੂੰ ਫਿਰ ਉਹੀ ਫਿਕਰਮੰਦੀ ਕਰਨੀ ਜਿਹਦੇ ਪਿੱਛੇ 16, 17 ਸਾਲ ਜੇਲ੍ਹਾਂ ਕੱਟ ਲੀਆਂ, ਜਿਹਦੇ ਪਿੱਛੇ ਹਰ ਖਿੱਤੇ ਪਿੱਛੇ ਉਹ ਲੜਦੇ ਰਹੇ। ਕਿਸਾਨ ਮਜ਼ਦੂਰ ਦਾ ਉਹ ਜਾਂਦੇ ਹੋਏ ਵੀ ਇਹੀ ਸਨੇਹਾ ਦੇ ਕੇ ਉਹਨਾਂ ਨੂੰ
ਕਿ ਉਹਨਾਂ ਦਾ ਖਿਆਲ ਰੱਖਿਓ। ਕੀ ਕੁਝ ਕਹਿੰਦੇ ਸੀ, ਕੀ ਕੁਝ ਅਖੀਰਲੇ ਸਮਾਂ 'ਚ ਤੁਹਾਡੀ ਕੱਲ ਜਿਹੜਾ ਮੇਰੀ ਤਾਂ ਲਾਸਟ ਮੁਲਾਕਾਤ ਜੇ ਆਖੋ ਤਾਂ 8 ਦਸੰਬਰ ਦੀ ਹੋਈ। ਜੀ ਉਸ ਤੋਂ ਬਾਅਦ ਇੱਕ ਦਿਨ 9 ਸੈਕਟਰ ਕੋਠੀ 'ਚ ਬੈਠੇ ਸੀ ਤਾਂ ਉਸ ਦਿਨ ਚੰਦ ਮਿੰਟ ਮਤਲਬ ਇੱਕ ਅੱਧਾ ਮਿੰਟ ਜਿਹੜੀ ਹੈਗੀ ਆ ਉਹ ਗੋਡੀ ਹੱਥ ਲਾ ਕੇ ਜਿਹੜਾ ਸਾਡਾ ਇੱਕ ਹਾਲ ਚਾਲ ਪੁੱਛਣਾ ਸੀ, ਬਸ ਇੰਨੀ ਹੋਈ। ਪਰ ਇਹ ਮੈਂ ਜਿਹੜੀ ਤੁਹਾਨੂੰ ਗੱਲ ਦੱਸ ਰਿਹਾ, ਮੁੱਖ ਮੰਤਰੀ ਹਰਿਆਣਾ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਨੇ, ਉਹਨਾਂ ਦੇ ਮੂੰਹੋਂ ਹੈ ਔਰ ਹਮੇਸ਼ਾ ਉਹਨਾਂ ਦਾ ਇੱਕੋ ਹੀ ਰਹਿੰਦਾ ਸੀ, ਕਾਕਾ ਲੋਕਾਂ ਦੀ ਸੇਵਾ 'ਚ ਰਹੋ। ਇੱਕ ਪੁਰਾਣੀ ਇੱਕ ਗੱਲ ਹੈ ਕਿ ਸਾਡੇ ਇੱਕ ਕਿਸੇ ਵਰਕਰ ਦੀ ਹਲਕਾ ਪੱਧਰ ਦੇ ਲੀਡਰ ਦੀ ਡੈਥ ਹੋ ਗਈ ਤਾਂ ਉਹਨਾਂ ਦਾ ਫੋਨ ਆਉਂਦਾ ਮੈਨੂੰ, ਕਾਕਾ ਤੁਸੀਂ ਉੱਥੇ ਗਏ ਨਹੀਂ ਹਲੇ ਕੋਈ? ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਸਾਨੂੰ ਤਾਂ ਹਲੇ ਪਤਾ ਨਹੀਂ। ਤਾਂ ਉਹਨਾਂ ਦੀ ਇੱਕ ਸੁਝਾਅ ਤੇ ਵਿੱਚ ਝਿੜਕ ਵੀ ਸੀ, ਕਾਕਾ ਜੇ ਤੁਹਾਨੂੰ 24 ਘੰਟੇ ਐਡੇ ਇਹੋ ਜਿਹੀ ਮੌਤ ਦਾ ਪਤਾ ਨਹੀਂ ਲੱਗਦਾ ਫਿਰ ਤੁਸੀਂ ਕੀ ਕਰੋਗੇ? ਤਾਂ ਚਲੋ ਖੈਰ ਮੈਂ ਪਤਾ ਕੀਤਾ ਤਾਂ ਉਹਨਾਂ ਨੂੰ ਭੁਲੇਖਾ ਲੱਗਿਆ ਸੀ ਉਹ ਨਿਰਮਲ ਸਿੰਘ ਨਹੀਂ ਸੀਗੇ ਜਿਹੜੇ ਸਾਡੇ ਨਿਰਮਲ ਸਿੰਘ ਹਰਿਆਓ ਜਿਹੜੇ ਐਸਜੀਪੀਸੀ ਮੈਂਬਰ ਹੁਣ ਜਿਹੜੇ ਚੜ੍ਹਾਈ ਕੀਤੇ ਆ। ਇੱਕ ਹੋਰ ਕੋਈ ਨਿਰਮਲ ਸਿੰਘ ਉਹਨਾਂ ਦੇ ਪਿੰਡ ਦੇ ਦੀ ਡੈਥ ਹੋਈ ਸੀ, ਉਹ ਭੁਲੇਖਾ ਖਾ ਗਏ ਸੀ। ਇਸ ਕਰਕੇ ਉਹਨਾਂ ਨੂੰ ਇਸ ਲੈਵਲ ਦਾ ਫਿਕਰ ਹੁੰਦਾ ਸੀ ਕਿ ਜਿਹਨੇ ਪਾਰਟੀ ਪਿੱਛੇ ਚੰਦ ਘੰਟੇ ਵੀ ਕੱਢੇ ਆ ਤਾਂ ਉਹਦੇ ਦੁੱਖ ਸੁੱਖ ਦੇ ਵਿੱਚ ਤੁਸੀਂ ਜ਼ਰੂਰ ਸਹਾਈ ਹੋਇਆ ਕਰੋ। ਇਸ ਕਰਕੇ ਉਹਨਾਂ ਦੀ ਹਰ ਗੱਲ ਇੱਕ ਸਬਕ ਹੁੰਦਾ ਸੀ। ਕੁਝ ਸਿੱਖਣ ਨੂੰ ਮਿਲਿਆ ਤੁਹਾਨੂੰ ਬਾਦਲ ਸਾਹਿਬ? ਅੱਜ ਜੇ ਮੈਂ ਪਾਰਟੀ ਦੇ ਹੈੱਡਕੁਆਟਰ ਤੇ ਚੰਡੀਗੜ੍ਹ ਖੜਾ ਹਾਂ, ਇਹ ਬਾਦਲ ਸਾਹਿਬ ਦੀ ਦੇਣ ਹੈ। ਮੈਂ ਇੱਕ ਸਧਾਰਨ ਜੱਟ ਦਾ, ਜਿਹੋ ਜਿਹੇ ਸਾਡੇ 400-500 ਘਰ ਪਿੰਡ ਦੇ ਵਿੱਚ ਹੈਗੇ ਆ, ਮੈਂ ਉਹਨਾਂ ਆਮ ਜੱਟਾਂ ਦਾ ਹੀ ਮੁੰਡਾ ਹੈ। ਤੇ ਬਾਦਲ ਸਾਹਿਬ ਸਾਡੇ ਹਲਕੇ ਤੋਂ ਇਲੈਕਸ਼ਨ ਲੜਦੇ ਸੀ, ਮਤਲਬ ਐਡੇ ਕੁ ਤੋਂ ਹੁੰਦੇ ਜਦੋਂ ਬਾਦਲ ਸਾਹਿਬ ਨੇ ਆਉਣਾ ਉਦੋਂ ਜੀਪਾਂ ਤੇ ਆਉਂਦੇ ਸੀ ਤਾਂ ਅਸੀਂ ਛੱਪੜ ਚੋਂ ਬਾਲਟੀਆਂ ਨਾਲ ਪਾਣੀ ਛਿੜਕਣਾ ਉਸ ਧਰਮਸ਼ਾਲਾ 'ਚ। ਫਿਰ ਜਿਹੜੀਆਂ ਪਿੰਡਾਂ ਦੇ ਵਿੱਚ ਆਮ ਸਾਡੇ ਇੱਕ ਪੱਟੀਆਂ ਹੁੰਦੀਆਂ ਸੀ ਜਿਹੜੀਆਂ ਗੱਡਿਆਂ ਦੇ ਲੱਗਦੀਆਂ ਸੀ, ਉਹ ਵਿਛਾਉਣੀਆਂ, ਤਖਤ ਪੋਸ ਲਾ ਦੇਣਾ ਜਿਹਦੇ 'ਚ ਆ ਕੇ ਬਾਦਲ ਸਾਹਿਬ ਨੇ ਬੈਠ ਜਾਣਾ। ਮੈਂ ਉਸ ਵੇਲੇ ਤੋਂ ਬਾਦਲ ਸਾਹਿਬ ਨੂੰ ਵੇਖਦਾ ਜਾਣਦਾ ਹਾਂ ਔਰ ਬਾਦਲ ਸਾਹਿਬ ਦੀ ਇੱਕ ਪਾਰਖੂ ਅੱਖ ਹੁੰਦੀ ਸੀ, ਉਹ ਵੇਖ ਲੈਂਦੇ ਸੀ ਆਹ ਮੁੰਡਾ ਕੰਮ ਕਰ ਸਕਦਾ। ਉਹਨਾਂ ਨੇ ਹਮੇਸ਼ਾ ਜਾਣ ਲੱਗਿਆਂ ਨੇ ਮਤਲਬ ਗੱਲ ਕਹਿਣੀ, ਕਹਿੰਦੇ ਕਾਕਾ ਤਕੜੇ ਹੋ ਕੇ ਪੜ੍ਹੋ ਕਰਾਂ ਫਿਰ ਤੈਨੂੰ ਅੱਗੇ ਲੈ ਕੇ ਜਾਵਾਂਗੇ। ਮਤਲਬ ਉਹ ਇਹ ਗੱਲਾਂ ਅੱਜ ਉਹ ਦਿਲ ਤੇ ਜਿਹੜੀਆਂ ਹੈਗੀਆਂ ਉਹ ਵੱਜਦੀਆਂ ਹੈਗੀਆਂ। ਬਿਲਕੁਲ ਗੱਲਾਂ ਹੀ ਨੇ, ਆ ਸਮਾਂ ਹੀ ਹੈ ਔਰ ਬਾਦਲ ਸਾਹਿਬ ਦੀਆਂ ਉਹ ਛਾਈਆਂ ਹੀ ਹੈ ਜਿਹੜੀਆਂ ਲੋਕਾਂ ਨਾਲ ਉਹਨਾਂ ਦੀ ਬੀਤੀਆਂ ਉਹ ਪਲ ਜਿਹੜੇ ਨੇ ਅੱਜ ਹਰ ਕੋਈ ਯਾਦ ਕਰਦਾ ਹੋਇਆ, ਗਮਗੀਨ ਹੁੰਦਾ ਹੋਇਆ ਨਜ਼ਰ ਆ ਰਿਹਾ। ਅੱਖਾਂ ਜਿਹੜੀਆਂ ਨੇ ਉਹ ਨਮ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ, ਕਿਉਂਕਿ ਜਿਸ ਢੰਗ ਦੇ ਨਾਲ ਅਕਾਲ ਚਲਾਣਾ ਹੋਇਆ ਕੱਲ ਪੰਜਾਬ ਦੇ ਸਾਬਕਾ 5 ਵਾਰ ਦੇ ਮੁੱਖ ਮੰਤਰੀ ਦੇ ਪ੍ਰਕਾਸ਼ ਸਿੰਘ ਬਾਦਲ ਦਾ, ਉਸ ਤੋਂ ਬਾਅਦ ਸ਼ੋਕ ਦੀ ਲਹਿਰ ਜਿਹੜੀ ਹੈ ਰਾਜਨੀਤਿਕ ਗਲਿਆਰਾਂ ਦੇ ਵਿੱਚ ਵੇਖਣ ਨੂੰ ਮਿਲੀ ਸੀ। ਹਾਲਾਂਕਿ ਹੁਣ ਜਿਸ ਢੰਗ ਦੇ ਨਾਲ ਤੁਹਾਨੂੰ ਤਸਵੀਰਾਂ ਵਿਖਾ ਰਿਹਾ, ਪਾਰਟੀ ਆਫਿਸ ਦੀਆਂ ਤਸਵੀਰਾਂ ਨੇ। ਪਾਰਟੀ ਆਫਿਸ ਦੇ ਵਿੱਚ ਜਿਸ ਢੰਗ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਦਰਸ਼ਨਾਂ ਲਈ ਉਹਨਾਂ ਦੀ ਪਾਰਥਿਵ ਦੇਹ ਜਿਹੜੀ ਹੈ ਉਹ ਇੱਥੇ ਲੈ ਕੇ ਆਈ ਜਾਊਗੀ। ਤਕਰੀਬਨ 2 ਘੰਟੇ ਪਾਰਥਿਵ ਦੇਹ ਜਿਹੜੀ ਹੈ ਉਹ ਇੱਥੇ ਰੱਖੀ ਜਾਊਗੀ, ਜਿੱਥੇ ਲੋਕ ਜਿਹੜੇ ਨੇ ਉਹਨਾਂ ਨੂੰ ਸ਼ਰਧਾਂਜਲੀ ਦੇ ਸਕਦੇ ਨੇ। ਜਿਹੜੇ ਉਹਨਾਂ ਦੇ ਅੰਤਿਮ ਦਰਸ਼ਨ ਕਰਨਾ ਚਾਹੁੰਦੇ ਨੇ ਉਹ ਇੱਥੇ ਆ ਕੇ ਉਹਨਾਂ ਦੇ ਅੰਤਿਮ ਦਰਸ਼ਨ ਕਰ ਸਕਦੇ ਨੇ। ਔਰ ਉਸ ਤੋਂ ਬਾਅਦ ਬਾਦਲ ਸਾਹਿਬ ਦੀ ਜਿਹੜੀ ਅੰਤਿਮ ਯਾਤਰਾ ਹੈ ਉਹ ਬਾਦਲ ਪਿੰਡ ਲੈ ਕੇ ਜਾਊਗੀ। ਬਾਦਲ ਪਿੰਡ ਜਿਹੜਾ ਉਹਨਾਂ ਦਾ ਜੱਦੀ ਪਿੰਡ, ਉੱਥੇ ਉਹਨਾਂ ਦਾ ਅੰਤਿਮ ਸੰਸਕਾਰ ਹੋਏਗਾ। ਹਾਲਾਂਕਿ ਕਈ ਵੱਡੀ ਹਸਤੀਆਂ ਜਿਹੜੀਆਂ ਨੇ ਉਹ ਵੀ ਇੱਥੇ ਪਹੁੰਚ ਸਕਦੀਆਂ ਨੇ। ਜਿਸ ਢੰਗ ਦੇ ਨਾਲ ਪੂਰੇ ਦੇਸ਼ ਦੇ ਜਿਹੜੇ ਪੋਲੀਟੀਸ਼ੀਅਨ ਨੇ, ਜਿਹੜੇ ਰਾਜਨੇਤਾ ਨੇ, ਉਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਸੂਰਤ ਦੇ ਵਿੱਚ ਬਾਦਲ ਸਾਹਿਬ ਦੇ ਟੱਚ ਦੇ ਵਿੱਚ ਰਹਿੰਦੇ ਸੀ। ਚਾਹੇ ਅਸੀਂ ਯੂਪੀਏ ਦੇ ਲੀਡਰਾਂ ਦੀ ਗੱਲ ਕਰੀਏ, ਕਾਂਗਰਸੀ ਲੀਡਰਾਂ ਦੀ ਗੱਲ ਕਰੀਏ, ਚਾਹੇ ਅਸੀਂ ਬੀਜੇਪੀ ਲੀਡਰਾਂ ਦੀ ਗੱਲ ਕਰੀਏ, ਚਾਹੇ ਅਸੀਂ ਸਮਾਜਵਾਦੀ ਪਾਰਟੀ ਦੇ ਲੀਡਰਾਂ ਦੀ ਗੱਲ ਕਰੀਏ, ਚਾਹੇ ਅਸੀਂ ਬੀਐਸਪੀ ਦੇ ਲੀਡਰਾਂ ਦੀ ਗੱਲ ਕਰੀਏ, ਕੋਈ ਨਾ ਕੋਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਟੱਚ ਦੇ ਵਿੱਚ ਰਹਿੰਦਾ ਸੀ। ਔਰ ਜਿਸ ਢੰਗ ਦੇ ਨਾਲ ਉਹ ਅੱਜ ਇੱਥੋਂ ਇਸ ਦੁਨੀਆ ਤੋਂ ਰੁਖਸਤ ਹੁੰਦੇ ਨਜ਼ਰ ਆਏ ਨੇ ਤੇ ਹਰ ਕੋਈ ਜਿਹੜਾ ਹੈ ਆਪਣੇ ਢੰਗ ਦੇ ਨਾਲ ਉਹਨਾਂ ਦੇ ਇਸ ਵਿਛੋੜੇ ਨੂੰ ਲੈ ਕੇ ਦੁੱਖ ਦਾ ਪ੍ਰਗਟਾਵਾ ਜਿਹੜਾ ਉਹ ਕਰਦਾ ਹੋਇਆ ਨਜ਼ਰ ਆ ਰਿਹਾ। ਤਸਵੀਰਾਂ ਪਾਰਟੀ ਆਫਿਸ ਦੀਆਂ ਤੁਹਾਨੂੰ ਜ਼ਰੂਰ ਵਿਖਾ ਰਹੇ ਹਾਂ ਕਿ ਕਿਸ ਢੰਗ ਦੀਆਂ ਤਸਵੀਰਾਂ ਜਿਹੜੀਆਂ ਨੇ ਇੱਥੇ ਵੇਖਣ ਨੂੰ ਮਿਲ ਰਹੀਆਂ ਨੇ। ਸਿਆਸਤਦਾਨ ਵੀ ਇੱਥੇ ਮੌਜੂਦ ਨੇ, ਬਾਦਲ ਸਾਹਿਬ ਦੇ ਨਾਲ ਜਿਨ੍ਹਾਂ ਨੇ ਸਮਾਂ ਬਤੀਤ ਕੀਤਾ ਉਹ ਵੀ ਇੱਥੇ ਮੌਜੂਦ ਨੇ। ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਆਖਿਰ ਜਿਸ ਢੰਗ ਦੇ ਨਾਲ ਇੱਕ ਵੱਡਾ ਘਾਟਾ ਹੋਇਆ, ਇਸ ਘਾਟੇ ਨੂੰ ਲੈ ਕੇ ਸਿਆਸਤਦਾਨ ਜਿਹੜੇ ਨੇ ਉਹ ਕੀ ਕੁਝ ਕਹਿੰਦੇ ਹੋਏ ਨਜ਼ਰ ਆਉਂਦੇ ਨੇ। ਲੇਕਿਨ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਜ਼ਰੂਰ ਵਿਖਾ ਰਹੇ ਹਾਂ ਕਿਉਂਕਿ ਬਾਦਲ ਸਾਹਿਬ ਦੇ ਅੰਤਿਮ ਦਰਸ਼ਨਾਂ ਲਈ ਤਿਆਰੀਆਂ ਜਿਹੜੀਆਂ ਨੇ ਇੱਥੇ ਤਕਰੀਬਨ ਜਿਹੜੀਆਂ ਨੇ ਮੁਕੰਮਲ ਕਰ ਲਿੱਤੀਆਂ ਗਈਆਂ ਨੇ। ਕੁਝ ਹੀ ਦੇਰ ਦੇ ਵਿੱਚ ਮੋਹਾਲੀ ਦੇ ਨਿੱਜੀ ਹਸਪਤਾਲ ਤੋਂ ਉਹਨਾਂ ਦੀ ਅੰਤਿਮ ਯਾਤਰਾ ਜਿਹੜੀ ਹੈ ਨਿਕਲੇਗੀ, ਜਿਸ ਤੋਂ ਬਾਅਦ ਉਹ ਅੰਤਿਮ ਯਾਤਰਾ ਇੱਥੇ ਪਹੁੰਚੇਗੀ। ਉਸ ਤੋਂ ਬਾਅਦ ਅੰਤਿਮ ਯਾਤਰਾ ਜਿਹੜੀ ਹੈ ਪਾਰਟੀ ਆਫਿਸ ਤੋਂ ਹੁੰਦੇ ਹੋਏ ਚਾਹੇ ਪਟਿਆਲਾ ਦੀ ਗੱਲ ਕਰੀਏ, ਰਾਜਪੁਰਾ ਦੀ ਗੱਲ ਕਰੀਏ, ਬਰਨਾਲਾ ਦੀ ਗੱਲ ਕਰੀਏ, ਬਠਿੰਡੇ ਦੀ ਗੱਲ ਕਰੀਏ ਔਰ ਉਸ ਤੋਂ ਬਾਅਦ ਸਿੱਧਾ ਬਾਦਲ ਪਿੰਡ ਪਹੁੰਚੇਗੀ।
ਤਸਵੀਰ ਤੁਹਾਨੂੰ ਲਗਾਤਾਰ ਵਿਖਾ ਰਹੇ ਹਾਂ। ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਇੰਤਜ਼ਾਮਾਤ ਜਿਹੜੇ ਨੇ ਇੱਥੇ ਜਿਸ ਢੰਗ ਦੇ ਨਾਲ ਮੁਕੰਮਲ ਕੀਤੇ ਜਾ ਰਹੇ ਨੇ, ਕਿਉਂਕਿ ਕੁਛ ਹੀ ਦੇਰ ਦੇ ਵਿੱਚ ਇੱਥੇ ਲੀਡਰਾਂ ਦੀ ਆਵਾਜਾਈ ਜਿਹੜੀ ਹੈ, ਬਾਦਲ ਸਾਹਿਬ ਨੂੰ ਚਾਹਣ ਵਾਲੇ ਜਿਹੜੇ ਲੋਕ ਹੈ ਉਹਨਾਂ ਦੀ ਆਵਾਜਾਈ ਜਿਹੜੀ ਹੈ ਉਹ ਸ਼ੁਰੂ ਹੋ ਜਾਏਗੀ। ਕਿਉਂਕਿ ਰਾਤੀ ਜਦੋਂ ਉਹਨਾਂ ਦਾ ਆਕਸਮਿਕ ਨਿਧਨ ਹੋਇਆ ਉਸ ਤੋਂ ਬਾਅਦ ਹੀ ਨਾ ਇਕੱਲੇ ਪੰਜਾਬ ਦੇ ਵਿੱਚ ਬਲਕਿ ਦੇਸ਼ ਦੇ ਵਿੱਚ ਇੱਕ ਗਮਗੀਨ ਮਾਹੌਲ ਜਿਹੜਾ ਉਹ ਵੇਖਣ ਨੂੰ ਮਿਲਿਆ ਸੀ, ਕਿਉਂਕਿ ਇੱਕ ਵੱਡਾ ਰੁਤਬਾ ਸੀ, ਇੱਕ ਵੱਡਾ ਕੱਦ ਸੀ ਫਕਰੇ ਕੌਮ, ਪੰਥ ਰਤਨ। ਇਸ ਤੋਂ ਇਲਾਵਾ ਜਿਸ ਢੰਗ ਦੇ ਨਾਲ ਉਹਨਾਂ ਨੂੰ ਜਾਣਨ ਵਾਲੇ ਲੋਕ ਨੇ, ਇੰਸਟੀਚਿਊਟ ਕਹਿੰਦੇ ਨੇ ਕਿ ਬਾਦਲ ਸਾਹਿਬ ਦਾ ਜੀਵਨ ਜਿਹੜਾ ਇੱਕ ਇੰਸਟੀਚਿਊਟ ਸੀ, ਇੱਕ ਯੂਨੀਵਰਸਿਟੀ ਸੀ, ਜਿਸ ਤੋਂ ਹਰ ਕਿਸੇ ਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲਿਆ। ਆਪਣੇ ਅੰਤਿਮ ਸਮਾਂ ਦੇ ਵਿੱਚ ਵੀ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਉਹ ਹਮੇਸ਼ਾ ਆਪਸੀ ਭਾਈਚਾਰੇ ਦੀ ਗੱਲ ਕਰਦੇ ਹੋਏ ਨਜ਼ਰ ਆਏ। ਪੰਜਾਬ ਦੇ ਵਿੱਚ ਆਪਸੀ ਭਾਈਚਾਰਾ ਕਾਇਮ ਰਹੇ, ਦੇਸ਼ ਦੇ ਵਿੱਚ ਆਪਸੀ ਭਾਈਚਾਰਾ ਜਿਹੜਾ ਉਹ ਕਾਇਮ ਰਹੇ। ਜਿਸ ਢੰਗ ਦੇ ਨਾਲ ਚਰਨਜੀਤ ਸਿੰਘ ਬਰਾੜ ਦੱਸਦੇ ਹੋਏ ਨਜ਼ਰ ਆਏ ਕਿ ਹਰਿਆਣਾ ਦੇ ਮੁੱਖ ਮੰਤਰੀ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਉਹਨਾਂ ਦੀ ਮੁਲਾਕਾਤ ਹੋਈ, ਉਸ ਮੁਲਾਕਾਤ ਦੇ ਵਿੱਚ ਵੀ ਬਾਦਲ ਸਾਹਿਬ ਜਿਹੜੇ ਨੇ ਉਹ ਕਿਸਾਨਾਂ ਦੀ ਗੱਲ ਕਰਦੇ ਨਜ਼ਰ ਆਏ ਸੀ, ਉਹ ਮਜ਼ਦੂਰਾਂ ਦੀ ਗੱਲ ਕਰਦੇ ਨਜ਼ਰ ਆਏ। ਯਾਨੀ ਇਸ ਉਮਰ ਦੇ ਵਿੱਚ ਵੀ ਫਿਕਰਮੰਦ ਸੀ ਪੰਜਾਬ ਲਈ, ਦੇਸ਼ ਲਈ। ਡਾਕਟਰ ਦਲਜੀਤ ਸਿੰਘ ਚੀਮਾ ਵੀ ਸਾਡੇ ਨਾਲ ਹੈ। ਸਰ, ਬਾਦਲ ਸਾਹਿਬ ਇੱਕ ਯੂਨੀਵਰਸਿਟੀ, ਇੰਸਟੀਟਿਊਸ਼ਨ ਜਿਸ ਤੋਂ ਹਰ ਕਿਸੇ ਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ, ਔਰ ਅੰਤਿਮ ਸਮਾਂ ਦੇ ਵਿੱਚ ਵੀ ਹਮੇਸ਼ਾ ਦੇਸ਼ ਦੀ ਗੱਲ ਕੀਤੀ, ਆਪਸੀ ਭਾਈਚਾਰੇ ਦੀ ਗੱਲ ਕੀਤੀ, ਕਿਸਾਨਾਂ ਦੀ ਗੱਲ ਕੀਤੀ, ਮਜ਼ਦੂਰ ਕਮੇਰੇ ਵਰਗ ਦੀ ਗੱਲ ਕੀਤੀ। ਔਰ ਕੀ ਕਹੋਗੇ ਜਿਸ ਢੰਗ ਦੇ ਨਾਲ ਇੱਕ ਵੱਡਾ ਵਿਛੋੜਾ ਔਰ ਘਾਟਾ ਹੋ? ਬਾਦਲ ਸਾਹਿਬ ਨੂੰ ਅੱਖਰਾਂ ਦੇ ਵਿੱਚ ਬਿਆਨ ਕਰਨਾ ਬਹੁਤ ਮੁਸ਼ਕਲ ਕੰਮ ਹੈ। ਬਹੁਤ ਵੱਡਾ ਸੰਘਰਸ਼ ਹੈ, ਬਹੁਤ ਕਮਾਲ ਦਾ ਉਹਨਾਂ ਦਾ ਜੀਵਨ ਸੀ, ਔਰ ਲਾਮਸਾਲ ਉਹਨਾਂ ਦੀ ਜਿਹੜੀ ਹੈ ਉਹ ਸੇਵਾ ਦੀ। ਸਰਪੰਚ ਤੋਂ ਉੱਠ ਕੇ 5 ਟਾਈਮ ਮੁੱਖ ਮੰਤਰੀ ਬਣਨਾ, ਦੇਸ਼ ਦੇ ਕੈਬਨਿਟ ਮਿਨਿਸਟਰ ਬਣਨਾ, ਸ਼੍ਰੋਮਣੀ ਅਕਾਲੀ ਦਲ ਦੇ ਇੰਨੀ ਵਾਰੀ ਪ੍ਰਧਾਨ ਬਣਨਾ, ਔਰ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਸਰਬ ਸਾਂਝੀ ਸ਼ਖਸੀਅਤ ਬਣਨਾ ਜਿਹਨੂੰ ਸਾਰੇ ਧਰਮਾਂ ਦੇ ਲੋਕ, ਸਾਰੇ ਵਰਗਾਂ ਦੇ ਲੋਕ ਪਿਆਰ ਕਰਦੇ, ਔਰ ਬੜੀ ਸਬਰ ਵਾਲੀ, ਸੰਤੋਖ ਵਾਲੀ, ਹਲੀਮੀ ਵਾਲੀ, ਨਮਰਤਾ ਵਾਲੀ ਜ਼ਿੰਦਗੀ, ਆਪੋਜੀਸ਼ਨ ਨੂੰ ਪੂਰੀ ਰਿਸਪੈਕਟ ਦੇਣੀ, ਹਰ ਇੱਕ ਦੀ ਗੱਲ ਸੁਣਨੀ। ਪੰਕਚੁਅਲਿਟੀ ਇੰਨੀ ਕਮਾਲ ਦੀ ਸੀ ਕਿ ਤੁਸੀਂ ਘੜੀ ਮਿਲਾ ਸਕਦੇ ਹੋ ਕੋਈ ਵੀ ਉਹਨਾਂ ਦਾ ਪ੍ਰੋਗਰਾਮ ਹੋਵੇ। ਇਸ ਕਰਕੇ ਇੰਨੇ ਗੁਣ ਹੋਣੇ, ਐਡਾ ਲੰਬਾ ਸੰਘਰਸ਼, ਐਡੀ ਲੰਬੀ ਜੇਲ੍ਹ ਯਾਤਰਾ, ਕਿਸਾਨੀ ਵਾਸਤੇ ਸਾਰੀ ਉਮਰ ਕਿੰਨਾ ਕੁਛ ਕੀਤਾ, ਦਲਿਤ ਵਰਗ ਵਾਸਤੇ ਕਿੰਨਾ ਕੀਤਾ। ਸੋ ਅੱਜ ਹਰ ਵਰਗ ਨੂੰ ਜਿਹੜੀਆਂ ਉਹ ਉਹਨਾਂ ਦੀਆਂ ਯਾਦਾਂ ਜਿਹੜੀਆਂ ਨੇ ਉਹ ਅੱਜ ਕਿਤੇ ਨਾ ਕਿਤੇ ਦਰਦ ਮਹਿਸੂਸ ਹੁੰਦਾ ਕਿ ਇੱਕ ਵੱਡੀ ਸ਼ਖਸੀਅਤ, ਇੱਕ ਸਟੇਟਸਮੈਨ ਦੇਸ਼ ਨੇ ਅੱਜ ਖੋਲਿਆ। ਬਿਲਕੁਲ, ਦੇਸ਼ ਦੀ ਵੰਡ ਦੇਖੀ, ਉਸ ਤੋਂ ਬਾਅਦ ਪੰਜਾਬ ਦੀ ਵੰਡ ਵੇਖੀ, ਉਸ ਤੋਂ ਬਾਅਦ ਅੱਤਵਾਦ ਦਾ ਦੌਰ ਦੇਖਿਆ, ਹੋਰ ਪਤਾ ਨਹੀਂ ਕਿੰਨਾ ਕੁ ਜੀਵਨ ਦੇ ਵਿੱਚ ਦੇਖਿਆ ਹੋਊਗਾ। 7 ਦਹਾਕਿਆਂ ਦਾ ਕੋਈ ਵੀ ਪੋਲੀਟੀਕਲ ਈਵੈਂਟ, ਕੋਈ ਵੀ ਸਮਾਜਿਕ ਈਵੈਂਟ, ਕੋਈ ਵੀ ਧਾਰਮਿਕ ਈਵੈਂਟ, ਉਹਦੇ ਨਾਲੋਂ ਤੁਸੀਂ ਬਾਦਲ ਸਾਹਿਬ ਨੂੰ ਅਲੱਗ ਨਹੀਂ ਕਰ ਸਕਦੇ। ਵੱਡੇ ਵੱਡੇ ਮੌਕੇ ਆਏ, ਔਖੇ ਸਮੇਂ ਵੀ ਆਏ, ਲੇਕਿਨ ਇੱਕ ਪੋਜ਼ਿਟਿਵ ਰੋਲ ਪਲੇ ਕੀਤਾ। ਹਮੇਸ਼ਾ ਜੋੜਨ ਵਾਲੀ ਰਾਜਨੀਤੀ ਸੀ, ਤੋੜਨ ਵਾਲੀ ਰਾਜਨੀਤੀ ਨਹੀਂ ਸੀ। ਕੁੜੱਤਣ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਵਿੱਚ ਮੈਂ ਕਦੀ ਨਹੀਂ ਦੇਖੀ, ਨਫ਼ਰਤ ਕਦੀ ਨਹੀਂ ਦੇਖੀ। ਪਿਆਰ ਨਾਲ ਦੂਜੇ ਨੂੰ ਜਿੱਤਣ ਦੀ ਕੋਸ਼ਿਸ਼ ਕਰਦੇ ਸੀ, ਵੱਧ ਕੰਮ ਕਰਕੇ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੇ ਸੀ। ਉਹ ਹਮੇਸ਼ਾ ਉਹਨਾਂ ਦਾ ਹੁੰਦਾ ਸੀ ਕਿ ਕਿਸੇ ਦੀ ਲਕੀਰ ਨੂੰ ਮਿਟਾਓ ਨਾ, ਉਸ ਤੋਂ ਵੱਡੀ ਲਕੀਰ ਖਿੱਚੋ। ਕਿ ਕੰਪੀਟੀਸ਼ਨ ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਇੱਕ ਸਫਲ ਨੈਗੇਟਿਵ ਵੀ ਕਹਿ ਸਕਦੇ, ਨੈਗੇਟਿਵਿਟੀ ਨਹੀਂ ਹੋਣੀ ਚਾਹੀਦੀ। ਆਪਣੀ ਲਕੀਰ ਉਸ ਤੋਂ ਵੱਡੀ ਕਰੋ ਤੇ ਦੂਜੇ ਦੀ ਲਕੀਰ ਆਪੇ ਛੋਟੀ ਲੱਗਣ ਲੱਗ ਜਾਏਗੀ। ਇਸ ਤਰੀਕੇ ਕੰਮ ਕਰੋ। ਸੋ ਅਸੀਂ ਤਾਂ ਨੇੜੇ ਰਹਿ ਕੇ ਉਹਨਾਂ ਦੇ 30 ਸਾਲ ਦੇ ਵਿੱਚ ਗੁਰੀ ਫੜ ਕੇ ਰਾਜਨੀਤੀ ਸ਼ੁਰੂ ਕੀਤੀ ਸੀ। ਅੱਜ ਜੋ ਕੁਝ ਵੀ ਹਾਸਲ ਕੀਤਾ ਉਹਨਾਂ ਦਾ ਸਿਰ ਤੇ ਹੱਥ ਰਿਹਾ। ਸੋ ਇੱਕ ਫਾਦਰ ਫਿਗਰ ਅੱਜ ਜਿਹੜੇ ਸਾਡੇ ਸੀਗੇ ਉਹ ਚਲੇ ਗਏ, ਲੇਕਿਨ ਉਸ ਮਾਲਕ ਦਾ ਹੁਕਮ ਹੈ। ਬਾਦਲ ਸਾਹਿਬ ਨੇ ਵੀ ਇਹੀ ਸਿਖਾਇਆ, ਔਰ ਸਾਡਾ ਧਰਮ, ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਕਿ ਉਹਦੇ ਹੁਕਮ ਵਿੱਚ ਰਹਿ ਕੇ ਇਹ ਮੰਨਾਂਗੇ, ਲੇਕਿਨ ਘੱਟ ਵੱਧ। ਅੰਤਿਮ ਸਮਾਂ ਜਦੋਂ ਗੱਲਬਾਤ ਹੁੰਦੀ ਸੀ ਬਾਦਲ ਸਾਹਿਬ ਦੇ ਨਾਲ, ਕੀ ਕੁਝ ਕਹਿੰਦੇ ਸੀ? ਤੇ ਬਾਦਲ ਸਾਹਿਬ ਨੂੰ ਤਾਂ ਹਮੇਸ਼ਾ ਹੀ ਅਖੀਰਲੇ ਟਾਈਮ ਤੱਕ ਵੀ ਉਹੀ ਉਹਨਾਂ ਦਾ ਸੁਭਾਅ ਰਿਹਾ ਕਿ ਕਾਕਾ ਕੰਮ ਕਰੋ, ਮਿਹਨਤ ਕਰੋ, ਘਬਰਾਓ ਨਾ। ਠੀਕ ਹੈ, ਉਹਨਾਂ ਦੀ ਆਪਣਾ ਵੀ ਸੁਭਾਅ ਸੀ। ਜੇ ਜਿੱਤ ਗਏ ਤੇ ਤਾਂ ਵੀ ਕਦੀ ਐਕਸੈਪਸ਼ਨਲੀ ਉਹਨਾਂ ਨੇ ਜਿਹੜੀ ਹੈ ਸੈਲੀਬ੍ਰੇਸ਼ਨ ਨਹੀਂ ਕੀਤੀ, ਨਾਲ ਦੀ ਨਾਲ ਕੰਮ ਸ਼ੁਰੂ ਕਰ ਲੈਂਦੇ ਸੀ ਸਹਿਜ 'ਚ। ਤੇ ਜੇ ਹਾਰ ਗਏ ਤੇ ਕਦੀ ਚਿੰਤਾ ਨਹੀਂ ਕੀਤੀ ਵੀ ਫਿਰ ਮਿਹਨਤ ਕਰੋ। ਇਸ ਕਰਕੇ ਉਹ ਸਹਿਜ ਵਾਲਾ ਕੰਮ ਸੀ ਤੇ ਇਹੀ ਸਿਖਾਉਂਦੇ ਸੀ ਕਿ ਸਾਰਿਆਂ ਨੂੰ। ਬਿਲਕੁਲ, ਪਹਿਲਾਂ ਵੀ ਕਈ ਵਾਰ ਸਿਹਤ ਖਰਾਬ ਹੁੰਦੀ ਸੀ, ਹਸਪਤਾਲ ਜਾਂਦੇ ਸੀ, ਠੀਕ ਹੋ ਕੇ ਘਰੇ ਪਹੁੰਚ ਜਾਂਦੇ ਸੀ। ਗੱਲ ਹੈ 95 ਸਾਲ ਦੀ ਉਮਰ 'ਚ ਨਿੱਕੇ ਮੋਟੀਆਂ ਸਿਹਤ ਦੀਆਂ ਤਕਲੀਫਾਂ ਚੱਲਦੀਆਂ ਰਹਿੰਦੀਆਂ, ਪਰ ਫਿਰ ਵੀ ਮੈਂ ਸਮਝਦਾ ਬੜੇ ਖੁਸ਼ਕਿਸਮਤ ਸੀ। ਇੱਕ ਤਾਂ ਉਹਨਾਂ ਦਾ ਆਪਣਾ ਸੈਲਫ ਡਿਸਿਪਲਿਨ ਬਹੁਤ ਸੀ।
ਖਾਣ ਪੀਣ ਦਾ ਸੰਜਮ, ਟਾਈਮ ਸਿਰ ਖਾਣਾ ਖਾਣਾ, ਆਪਣੀ ਸਿਹਤ ਦਾ ਧਿਆਨ ਰੱਖਣਾ, ਆਪਣੀ ਇਨਵੈਸਟੀਗੇਸ਼ਨ ਸਾਰੀਆਂ ਟਾਈਮ ਸਿਰ ਪੂਰੇ 3-4 ਮਹੀਨੇ ਬਾਅਦ ਕਰਾਉਣੀਆਂ, ਐਕਸਰਸਾਈਜ਼ ਆਪਣੀ ਇਸ ਉਮਰ ਤੱਕ ਵੀ ਰੈਗੂਲਰ ਕਰਨੀ। ਬੜਾ ਡਿਸਪਲਿਨ ਲਾਈਫ ਸੀ, ਕਿਉਂਕਿ 95 ਸਾਲ ਤੱਕ ਪਹੁੰਚਣਾ ਹੀ ਹਰ ਇੱਕ ਦੇ ਹਿੱਸੇ ਨਹੀਂ ਹੁੰਦਾ। ਔਰ ਇੰਨਾ ਹੁਣ ਤੱਕ ਤਾਂ 300 400 ਕਿਲੋਮੀਟਰ ਤਾਂ ਹੁਣ ਵੀ ਟਰੈਵਲ ਕਰ ਜਾਂਦੇ ਸੀ, ਜਿਹੜਾ ਕਿ ਬਜ਼ੁਰਗਾਂ ਵਾਸਤੇ 95 ਸਾਲ ਵਾਸਤੇ ਬਹੁਤ ਔਖਾ ਹੈ। ਪਰ ਮਹੀਨਾ ਡੇਢ ਮਹੀਨਾ ਪਹਿਲਾਂ ਕਿੰਨੇ ਇਵੈਂਟ ਹੈ ਉੱਥੇ ਫਿਰ ਪਹੁੰਚ ਜਾਂਦੇ ਸੀ। ਇਸ ਕਰਕੇ ਕੁਦਰਤੀ ਬਖਸ਼ਿਸ਼ ਸੀ ਕਿ ਹਿੰਮਤ ਬਹੁਤ ਸੀ। ਔਰ ਵੈਸੇ ਵੀ ਕਿਹਾ ਜਾਂਦਾ ਜਿੰਨੇ ਇੰਨਾ ਕੁਝ ਵੇਖਿਆ ਹੋਇਆ ਆਪਣੇ ਜੀਵਨ ਦੇ ਵਿੱਚ, ਉਹ ਵੈਸੇ ਹੀ ਤਣਾਅ ਦੇ ਵਿੱਚ ਆ ਜਾਂਦਾ, ਲੇਕਿਨ ਤਣਾਅ ਕਦੇ ਆਇਆ ਹੀ ਨਹੀਂ। ਅਸੀਂ ਵੀ ਕਈ ਵਾਰ ਗੱਲਬਾਤ ਕਰਦੇ ਸੀ, ਇਕੱਲੇ ਰਹਿ ਨਹੀਂ ਸਕਦੇ। ਉਹ ਤਾਂ ਜਦੋਂ ਕੋਵਿਡ ਦਾ ਪੀਰੀਅਡ ਵੀ ਆਇਆ ਸੀ ਤੇ ਉਦੋਂ ਵੀ ਉਹਨਾਂ ਨੇ ਆਪਣੇ ਆਪ ਨੂੰ ਬਿਜ਼ੀ ਕਰਨ ਦਾ ਨਵਾਂ ਤਰੀਕਾ ਲੱਭ ਲਿਆ ਸੀ ਕਿ ਆਪਣੇ ਫਾਰਮ ਹਾਊਸ ਤੇ ਬੰਦੇ ਨੂੰ ਮੋਬਾਈਲ ਦੇ ਕੇ ਭੇਜ ਦਿੰਦੇ ਤੇ ਘਰ ਸਕਰੀਨ ਦੇ ਉੱਤੇ ਕੱਲਾ ਬੂਟਾ ਚੈੱਕ ਕਰਦੇ ਤੇ ਬੂਟੇ ਦਿਖਾਓ ਜੀ ਵੀ ਕਿਹੜੇ ਬੂਟੇ ਆ, ਕਿਹੜਾ ਹੋ ਗਿਆ, ਕਿਹੜਾ ਹੋ ਗਿਆ। ਉਹ ਟੈਕਨੋਲੋਜੀ ਦਾ ਸਭ ਤੋਂ ਵਧੀਆ ਉਪਯੋਗ ਕੋਵਿਡ 'ਚ ਉਹਨਾਂ ਨੇ ਆਪਣਾ ਸਾਰਾ ਜਿਹੜਾ ਐਗਰੀਕਲਚਰ ਫਾਰਮ ਹੈ, ਆਪਣਾ ਬਾਗ ਹੈ, ਉਹ ਕੱਲੇ ਬੂਟੇ ਦੀ ਜਿਹੜੀ ਹੈ ਵੀਡੀਓ ਕਾਨਫਰੰਸਿੰਗ ਕਰਦੇ ਰਹਿੰਦੇ ਸੀ। ਤੇ ਉਹ ਇੱਕ ਵਿਲੱਖਣ ਸ਼ਖਸੀਅਤ ਸੀ ਵੀ ਉਹਨਾਂ ਨੇ ਮੁਸੀਬਤ ਵੇਲੇ ਵੀ ਕੋਈ ਨਾ ਕੋਈ ਰਸਤਾ ਕੱਢ ਲਿਆ ਵੀ ਇਕੱਲੇ ਨਹੀਂ ਬੈਠਣਾ। ਤੇ ਇਕੱਲੇ ਬੈਠਣਾ ਤਾਂ ਚਲੋ ਜਿਹੜਾ ਬੰਦਾ ਖੇਤ 'ਚ ਬੈਠਾ ਉਹਨੂੰ ਕਹੋ ਵੀ ਦਿਖਾਈ ਜਾ ਕੁਛ ਨਾ ਕੁਛ ਕੰਮ ਕਰਦੇ ਰਹੋ। ਇਸ ਕਰਕੇ ਜਿਹੜੀ ਧਰਤੀ ਦਾ ਪੁੱਤ ਕਿਹਾ ਜਾਂਦਾ ਸੀ, ਉਹ ਧਰਤੀ ਦਾ ਪੁੱਤ ਜਿਹੜਾ ਧਰਤੀ ਨਾਲ ਹੀ ਜੁੜਿਆ ਅਸਲੀਅਤ ਦੇ ਵਿੱਚ। ਔਰ ਕਿਸਾਨੀ ਤਾਂ ਉਹਨਾਂ ਦੇ ਦਿਲ ਦੇ ਵਿੱਚ, ਮਤਲਬ ਪੌਦਿਆਂ ਨਾਲ ਇੰਨਾ ਪਿਆਰ, ਫੁੱਲਾਂ ਨਾਲ ਇੰਨਾ ਪਿਆਰ, ਖੇਤੀ ਨਾਲ ਇੰਨਾ ਪਿਆਰ, ਖੇਤੀ ਬਾਰੇ 24 ਘੰਟੇ ਸੋਚਣਾ, ਜਿੱਥੇ ਕੋਈ ਰਿਸਰਚ ਹੁੰਦੀ ਹੈ ਉਹਨੂੰ ਪੜ੍ਹਨਾ, ਇੱਥੋਂ ਬੰਦੇ ਭੇਜਣੇ ਵੀ ਸਿੱਖ ਕੇ ਆਓ, ਇਹਦੇ ਨਾਲ ਫਾਇਦਾ ਹੋ ਸਕਦਾ। ਬਾਕੀ ਵੀ ਨੌਜਵਾਨਾਂ ਨੂੰ ਵੀ ਜਿੱਦਾਂ ਅਨਐਮਪਲੋਇਮੈਂਟ ਵਾਸਤੇ ਲਗਾਤਾਰ ਕੋਸ਼ਿਸ਼ ਕਰਦੇ ਰਹਿਣਾ ਕਿ ਬੱਚਿਆਂ ਨੂੰ ਕਿਵੇਂ ਕੰਮ ਸਿਖਾਇਆ ਜਾ ਸਕਦਾ ਹੈ, ਕਿਵੇਂ ਹੁਨਰ ਸਿਖਾਇਆ ਜਾ ਸਕਦਾ ਹੈ, ਕਿਵੇਂ ਆਪਣੇ ਪੈਰਾਂ 'ਤੇ ਖੜੇ ਹੋ ਸਕਦੇ ਆ। ਲਗਾਤਾਰ ਇਹਨਾਂ ਚੀਜ਼ਾਂ 'ਤੇ ਬੜਾ ਡੀਪਲੀ ਸੋਚ ਰਹੇ ਸੀ। ਤੁਹਾਨੂੰ ਉਹਨਾਂ ਦੇ ਜੀਵਨ ਤੋਂ ਕੀ ਕੁਝ ਸਿੱਖਣ ਨੂੰ ਮਿਲਿਆ? ਬਹੁਤ ਕੁਝ ਸਿੱਖਣ ਨੂੰ ਮਿਲਿਆ, ਕਿਉਂਕਿ ਉਹ ਤਾਂ ਇੱਕ ਮੈਂ ਕਹਿ ਸਕਦਾ ਕਿ ਇੱਕ ਆਪਣੇ ਆਪ ਦੇ ਵਿੱਚ ਹੀ ਇੱਕ ਚੱਲਦੀ ਫਿਰਦੀ ਯੂਨੀਵਰਸਿਟੀ ਸਨ, ਜਿਨ੍ਹਾਂ ਦੇ ਨਿਤ ਪ੍ਰਤੀ ਜੀਵਨ ਦੀ ਜੋ ਉਹਨਾਂ ਦੀ ਰੋਜ਼ ਦੀ ਕਾਰਗੁਜ਼ਾਰੀ ਸੀ, ਉਹਦੇ ਵਿੱਚੋਂ ਇੰਨਾ ਕੁਝ ਸਿੱਖਣ ਨੂੰ ਮਿਲਦਾ ਸੀ ਕਿ ਹਰ ਮੁਸ਼ਕਲ ਦੇ ਵਿੱਚ ਤੁਸੀਂ ਕਿਵੇਂ ਆਪਣੇ ਆਪ ਨੂੰ ਜਿਹੜਾ ਕੂਲ ਮੇਨਟੇਨ ਕਰਨੀ ਹੈ, ਸੋਲੂਸ਼ਨਸ ਕਿੱਦਾਂ ਕੱਢਣੇ ਆ, ਡਿਊਟੀਆਂ ਕਿੱਦਾਂ ਨਿਭਾਉਣੀਆਂ, ਤੇ ਸਾਰਿਆਂ ਦੇ ਨਾਲ ਸਾਂਝੇ ਬਣ ਕੇ ਕਿੱਦਾਂ ਚੱਲਣਾ। ਬਹੁਤ ਕੁਝ ਉਹਨਾਂ ਨੇ ਸਿਖਾਇਆ ਜਿਹੜਾ ਜ਼ਿੰਦਗੀ 'ਚ ਕੰਮ ਆਏ। ਬਿਲਕੁਲ, ਜਿਹੜਾ ਜ਼ਿੰਦਗੀ ਦੇ ਵਿੱਚ ਕੰਮ ਆਏਗਾ। ਔਰ ਤਸਵੀਰਾਂ ਤੁਹਾਨੂੰ ਲਗਾਤਾਰ ਵਿਖਾ ਰਹੇ ਹਾਂ, ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਜਿਸ ਢੰਗ ਦੇ ਨਾਲ ਬਾਦਲ ਸਾਹਿਬ ਦੇ ਅੰਤਿਮ ਦਰਸ਼ਨਾਂ ਦੀ ਤਿਆਰੀ ਜਿਹੜੀ ਹੈ ਮੁਕੰਮਲ ਹੋ ਚੁੱਕੀ ਹੈ, ਕਿਉਂਕਿ ਕੁਛ ਹੀ ਦੇਰ ਦੇ ਵਿੱਚ ਉਹਨਾਂ ਦੀ ਜਿਹੜੇ ਪਾਰਥਿਵ ਦੇਹ ਉਹ ਇੱਥੇ ਆਊਗੀ, ਜਿਸ ਤੋਂ ਬਾਅਦ ਲੋਕੀ ਜਿਹੜੇ ਨੇ ਬਾਦਲ ਸਾਹਿਬ ਨੂੰ ਚਾਹਣ ਵਾਲੇ ਜਿਹੜੇ ਲੋਕ ਨੇ ਉਹ ਉਹਨਾਂ ਦੇ ਅੰਤਿਮ ਦਰਸ਼ਨ ਕਰ ਸਕਣਗੇ। ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਜ਼ਰੂਰ ਵਿਖਾ ਰਹੇ ਹਾਂ, ਪਾਰਟੀ ਦਫ਼ਤਰ ਦੀਆਂ ਤਸਵੀਰਾਂ ਨੇ, ਕਿਉਂਕਿ ਪਾਰਟੀ ਦਫ਼ਤਰ ਦੇ ਵਿੱਚ ਹੀ 2 ਘੰਟੇ ਲਈ ਬਾਦਲ ਸਾਹਿਬ ਦੇ ਜਿਹੜੇ ਅੰਤਿਮ ਦਰਸ਼ਨ ਹੈ। ਹੈਲੋ, ਬਿਲਕੁਲ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਲਗਾਤਾਰ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਵੇਖਦੇ ਰਹੋ ਦੈਨਿਕ ਸਵੇਰਾ ਟੀਵੀ।